प्रिंसीपल सर धनोवा सर बारे दो शब्द बोलेंगे ते प्रोग्राम का आगाज करेंगे। सारे ही पहुंचे हुए वीर सज्जन एक बार चाह दा आनंद लो। जो साडे कोले बहुत समा चाहे थोड़ा रहे पर साडे दिल च सत्कार इन्हां दा भी इन्ना ज़्यादा बना के भी असीं दस नहीं सकते भी बहुत वधिया, जानी कि साडे सारे स्टाफ दे नाल विचरे इह ते अगस्त दे विच साडे कोल रिहाई सी इह ते उदों आके असीं इन्हां नूं कहा भी सीनियर सर तुसीं हैगे हो भी तुसीं स्कूल दा चार्ज लो ते भी बतौर प्रिंसीपल काम करो। सर कहंदे भी मैं अफसरी करन वास्ते नहीं उरे आया भी जिवें तुहाडा स्कूल चलदा उवें चलाओ तुसीं भी मैं पूरा सहयोग देऊंगा ते भी भीखी कहंदे मैं 8-9 साल कर ली सेवा भी मैनूं इस तरह दी नहीं हैगी भी आपां कोई अफसरी करन वास्ते आए हां भी आपां तुहाडे वधिया सहयोग करके आएंगे। अज तो 2-3 साल पहला साडे स्कूल दे विच हालात जे कोई इस तरह दे हो गए सी उदों काफी स्टाफ अदली करा के चला गया सीगा। असीं उदों मैडम रंजीत कौर जी नाल मेरी एक दो बार उदों मुलाकात होई, साडा ड्यूटी नहीं भाल लए मैं उदों भी मैडम नूं कहा सीगा मैं मैडम तुसीं बड़े आ जाओ जी बदली करा के ते सानूं भी मौरे भेज दो। उदों कहे चल देखदे सलाह करदे आंगे भी बाद च जिवें अण जाण हुंदेगा ते दुबारे आए वधिया जानी कि ते बहुत वधिया साडे नाल विच रही इह भी थोड़ा समा रहे 8-9 महीने साडा काम करना इन्हां नूं भी मार्च तो बाद तां करोना नां दा संकट ਚੱਲ ਪਿਆ ਤੇ ਵਧੀਆ ਜਾਨੀ ਕਿ ਜਿੰਨਾ ਚਿਰ ਵੀ ਰਹੇ ਜਾਨੀ ਸਾਡੇ ਨਾਲ ਵਧੀਆ ਅਨੁਸ਼ਾਸਨ ਦੇ ਪੱਖ ਤੋਂ ਬਹੁਤ ਮਿੱਠੇ ਸੁਭਾਅ ਦੇ ਵੀ ਅੱਜ ਤੱਕ ਮੈਂ ਇਹਨਾਂ ਨੂੰ ਆਪਦੇ 7-8 ਮਹੀਨੇ ਦੌਰਾਨ ਕਦੇ ਜਾਨੀ ਕਿ ਗਰਮ ਹੁੰਦਾ ਨਹੀਂ ਦੇਖਿਆ ਵੀ ਮੇਰੀ ਆਦਤ ਸੀ ਕਿ ਮੈਂ ਭੜਕ ਵੀ ਜਾਂਦਾ ਸੀਗਾ ਪਰ ਮੈਨੂੰ ਵੀ ਕਹਿੰਦੇ ਡੀਪੀ ਸਾਹਿਬ ਠੰਡੇ ਰਹੋ ਕਰੋ ਠੰਡੇ ਰਹੋ ਵੀ ਹਰੇਕ ਨੂੰ ਬਹੁਤ ਮਿੱਠਾ ਬੋਲਣਾ ਇਹਨਾਂ ਨੇ ਤੇ ਬਹੁਤ ਵਧੀਆ ਜਾਨੀ ਕਿ ਸਤਿਕਾਰ ਨਾਲ ਬੋਲਣਾ ਇਹਨਾਂ ਨੇ ਤੇ ਬੱਚਿਆਂ ਨੂੰ ਵੀ ਜਦੋਂ ਸੰਬੋਧਨ ਕਰਨਾ ਤੇ ਗੁਰਬਾਣੀ ਦੀਆਂ ਤੁਕਾਂ ਦੇ ਵਿੱਚੋਂ ਬਹੁਤ ਵਧੀਆ ਗਿਆਨ ਦੇਣਾ ਇਹਨਾਂ ਨੇ। ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਕਾਫੀ ਵਧੀਆ ਗਿਆਨ ਇਹਨਾਂ ਨੂੰ ਉਹਨਾਂ ਦੇ ਵਿੱਚੋਂ ਵਧੀਆ ਗੁਰਸਿੱਖਾ ਜਾਨੀ ਕਿ ਪਰਿਵਾਰ ਦੇ ਵਿੱਚੋਂ ਨੇ ਇਸ ਤਰ੍ਹਾਂ ਦੇ ਵਧੀਆ ਇਹਨਾਂ ਨੇ ਬੱਚਿਆਂ ਨੂੰ ਵੀ ਗਾਈਡ ਕਰਨਾ। ਹੋਰ ਤਾਂ ਹੋਰ ਤੁਸੀਂ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਸਾਡੇ ਜਗਸੀਰ ਸਿੰਘ ਜੀ ਪੱਕੇ ਦੌਰ ਸਿੱਖ ਬਣ ਗਏ ਜੀ ਵੀ ਬਹੁਤ ਵਧੀਆ ਮੈਂ ਇਹਨਾਂ ਨੂੰ ਪ੍ਰਾਪਤੀ ਮੰਨਦਾਗਾ ਵੀ ਉਹਨਾਂ ਨੇ ਦਾੜੀ ਕੇਸ ਰੱਖ ਲਏ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਜਦੋਂ ਇਹਨਾਂ ਨੇ ਇਹਨਾਂ ਨਾਲ ਵਧੀਆ ਬੈਠ ਸੀ ਵਧੀਆ ਇਹਨਾਂ ਦੀ ਦੋਸਤੀ ਬਣੀ ਤੇ ਵਧੀਆ ਚੰਗੀ ਗੱਲ ਹੈਗੀ ਵੀ ਆਪਣੇ ਵਰਗਾ ਬਣਾਉਣਾ ਕਿਸੇ ਨੂੰ ਤੇ ਵੀ ਇਸ ਤਰ੍ਹਾਂ ਦਾ ਵੀ ਵਧੀਆ ਜਾਨੀ ਕਿ ਇਹਨਾਂ ਦਾ ਉਹ ਸੀਗਾ ਤੇ ਇਹਨਾਂ ਦੀ ਪਾਰਟੀ 'ਚ ਸਮੂਲਤ ਕਰਨ ਵਾਸਤੇ ਸਾਡੇ ਕੋਲੇ ਗੁਰਚਰਨ ਸਿੰਘ ਮਾਨ ਜੀ ਪਹੁੰਚੇ ਨੇਗੇ ਜੋ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਰਹੇ ਨੇ ਤੇ ਕਾਫੀ ਸੀਨੀਅਰ ਆਗੂ ਰਹੇ ਨੇਗੇ ਤੇ ਇਹਨਾਂ ਦਾ ਵੀ ਪੁਰਾਣਾ ਸਕੂਲ ਹੈ ਵਰੇ ਤੇ ਅਸੀਂ ਉਦੋਂ ਸਾਨੂੰ ਵੀ ਕਾਫੀ ਬੇਨਤੀ ਕੀਤੀ ਸੀਗੀ ਅਸੀਂ ਤਾਂ ਸਾਨੂੰ ਲਾਭਾ ਵੀ ਦਿੰਦੇ ਹਰ ਵਾਰੀ ਵੀ ਛੱਡ ਕੇ ਲਾ ਕੇ ਸਾਨੂੰ ਤੁਸੀਂ ਤੇ ਉਦੋਂ ਆਏ ਜਾਨੀ ਕਿ ਕਹਿੰਦੇ ਸਕੂਲ ਇਸ ਤਰ੍ਹਾਂ ਦਾ ਹੈਗਾ ਬਦਲੀ ਕਰਾ ਕੇ ਚਲੇ ਗਏ ਤੇ ਪਰ ਫਿਰ ਵੀ ਇਹਨਾਂ ਨੇ ਜਾਨੀ ਕਿ ਜਾਣ ਤੋਂ ਬਾਅਦ ਸਾਡਾ ਗੁਰਚਰਨ ਮਾਨ ਜੀ ਨੇ ਵਧੀਆ ਪ੍ਰੇਮ ਰੱਖਿਆ ਵੀ ਅਸੀਂ ਨਹੀਂ ਕਹਿ ਸਕਦੇ ਵੀ ਕਿਹੜਾ ਹੁੰਦਾ ਵੀ ਵਧੀਆ ਜਿੱਥੇ ਮਿਲਣਾ ਵਧੀਆ ਸਾਡੇ ਸਤਿਕਾਰ ਨਾਲ ਮਿਲਣਾ ਤੇ ਪ੍ਰੀਤ ਸਿੰਘ ਗੁਰਥਲੀ ਜੀ ਸਾਡੇ ਕੋਲੇ ਪਹੁੰਚੇ ਹੋਏ ਨੇਗੇ ਇਹ ਵੀ ਬਹੁਤ ਵਧੀਆ ਜਾਨੀ ਕਿ ਬਾਕੀ ਸਾਡੇ ਸਟਾਫ ਨੂੰ ਮੈਂ ਦੱਸ ਦਈਏ ਤੇ ਵਧੀਆ ਜਾਨੀ ਕਿ ਪ੍ਰੀਤ ਸਿੰਘ ਗੁਰਥਲੀ ਜੀ ਵੀ ਇੱਕ ਬਹੁਤ ਵਧੀਆ ਗਾਇਕ ਨੇਗੇ ਤੇ ਲਿਖਦੇ ਬਹੁਤ ਸੋਹਣਾ ਨੇਗੇ ਤੇ ਸਾਡੇ ਗੁਰਦੀਪ ਸਿੰਘ ਸਰ ਜੀ ਦੀ ਤੁਲਨਾ ਜੀ ਤੇ ਜਵਾਨੀ ਵੇਲੇ ਕੁਲਦੀਪ ਮਾਨ ਨਾਲ ਕੀਤੀ ਜਾਂਦੀ ਸੀਗੀ ਇਹ ਵੀ ਜਾਨੀ ਕਿ ਬਹੁਤ ਵਧੀਆ ਜਾਨੀ ਕਿ ਕੁਲਦੀਪ ਮਾਨ ਕਦੇ ਫੈਨ ਰਹੇ ਹੋਏ ਨੇ ਅੱਜ ਦਵਾਈ ਲਾਵਾਂਗੇ ਕੁਲਦੀਪ ਸਰ ਤੋਂ ਭਾਗਾਂ ਵਾਲੇ ਮਾਤਾ ਪਿਤਾ ਹੁੰਦੇ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦਾ ਜਾਨੀ ਕਿ ਵਧੀਆ ਬੱਚਾ ਮਿਲਦਾ ਹੈਗਾ ਜਿਹੜਾ ਉਹਨਾਂ ਦਾ ਜਾਨੀ ਕਿ ਮਾਨ ਸਨਮਾਨ ਹੋਰ ਵਾਧਾ ਕਰੇ ਤੇ ਕਿਉਂਕਿ ਬੱਚੇ ਹਮੇਸ਼ਾ ਆਪਾਂ ਪਰਮਾਤਮਾ ਤੋਂ ਹੀ ਅਰਦਾਸ ਕਰਦੇ ਆ ਵੀ ਸਾਡੇ ਕਰਕੇ ਸਾਨੂੰ ਲੋਕ ਵੀ ਸਾਡੇ ਬੱਚਿਆਂ ਕਰਕੇ ਜਾਣਨ ਵੀ ਇਹ ਆਖਣ ਵੀ ਇਹ ਫਲਾਣੇ ਦਾ ਹੋਏਗਾ ਵੀ ਉਹਨਾਂ ਬਾਪ ਹੈ ਇਹ ਤੇ ਵਧੀਆ ਜਾਨੀ ਕਿ ਗੁਰਦੀਪ ਸਿੰਘ ਜੀ ਕਰਕੇ ਵੀ ਇਹਨਾਂ ਦੇ ਪਿਤਾ ਦੀ ਪਹਿਚਾਣ ਹੈ ਮਾਤਾ ਪਿਤਾ ਦਾ ਵਧੀਆ ਸਤਿਕਾਰ ਹੈ ਵਧੀਆ ਸੰਸਕਾਰ ਇਹਨਾਂ ਦਿੱਤੇ ਹੋਏ ਮਾਤਾ ਪਿਤਾ ਦੇ ਵਧੀਆ ਸੰਸਕਾਰਾਂ ਕਰਕੇ ਜਾਨੀ ਕਿ ਅੱਗੇ ਬੱਚਿਆਂ ਨੂੰ ਆਪਾਂ ਉਸ ਤਰ੍ਹਾਂ ਦੇ ਦਿੰਦੇ ਆ ਜੇ ਤੁਸੀਂ ਸੰਸਕਾਰ ਵਧੀਆ ਦਿੱਤੇ ਹੋਏ ਨੇ ਬੱਚਿਆਂ ਨੂੰ ਤਾਂ ਉਹ ਅੱਗੇ ਸੰਸਕਾਰ ਆਪਣੇ ਸਾਰੀ ਉਮਰ ਕੰਮ ਆਉਂਦੇ ਨੇ ਤੇ ਉਸ ਤਰ੍ਹਾਂ ਵਧੀਆ ਇਹਨਾਂ ਨੇ ਸੰਸਕਾਰ ਦਿੱਤੇ ਤੇ ਮੈਡਮ ਰਣਜੀਤ ਕੌਰ ਜੀ ਦਾ ਜਿਹੜਾ ਜੀਵਨ ਸਾਥ ਰਿਹਾ ਇਹਨਾਂ ਨਾਲ ਇਹ ਵੀ ਬਹੁਤ ਵਧੀਆ ਹੈਗਾ ਬਹੁਤ ਵਧੀਆ ਸੁਭਾਅ ਦੇ ਨੇ ਮੈਡਮ ਦੀ ਤੇ ਮੇਰੇ ਨਾਲ ਇੱਕ ਦੋ ਵਾਰ ਡਿਊਟੀ ਲੱਗੀ ਹੈ ਮੈਡਮ ਦੀ ਤੇ ਬਹੁਤ ਵਧੀਆ ਮਿੱਠਾ ਸੁਭਾਅ ਇਹਨਾਂ ਦਾ ਤੇ ਇਹ ਵਧਾਈ ਦੇ ਨਾਲ ਇਹ ਵੀ ਪਾਤਰ ਨੇਗੇ ਵੀ ਜਿਨ੍ਹਾਂ ਨੇ ਇਹਨਾਂ ਨੂੰ ਸਹਿਯੋਗ ਦਿੱਤਾ ਵੀ ਵਧੀਆ ਸਹਿਯੋਗ ਦੇਣਾ ਤਾਂ ਹੀ ਬੰਦਾ ਜਿਹੜਾ ਕੋਈ ਵਿਅਕਤੀ ਹੈਗਾ ਬਾਹਰ ਸਮਾਜ 'ਚ ਕੋਈ ਨਾ ਕਰ ਸਕਦਾ ਹੈਗਾ ਜੇ ਘਰੋਂ ਸਤਿਕਾਰ ਨਹੀਂ ਹੈਗਾ ਵਧੀਆ ਸਹਿਯੋਗ ਨਹੀਂ ਹੈਗਾ ਤਾਂ ਵਿਅਕਤੀ ਦਾ ਬਾਹਰ ਸਤਿਕਾਰ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਤੇ ਪਰ ਮੈਡਮ ਨੇ ਬਹੁਤ ਜਾਨੀ ਕਿ ਮਿੱਠੇ ਸੁਭਾਅ ਦੇ ਨੇ ਵਧੀਆ ਰਿਸਪੈਕਟ ਨਾਲ ਬੋਲਦੇ ਨੇਗੇ ਤੇ ਅਸੀਂ ਇਹਨਾਂ ਦਾ ਵੀ ਬਹੁਤ ਸਤਿਕਾਰ ਕਰਦੇ ਆਂਗੇ ਤੇ ਅੱਜ ਸਾਡੇ ਸਮੂਹ ਸਟਾਫ ਵੱਲੋਂ ਛੋਟਾ ਜਿਹਾ ਫੰਕਸ਼ਨ ਰੱਖਿਆ ਗਿਆ ਹੈਗਾ
ਤੇ ਸਾਨੂੰ ਇਹ ਵੀ ਹੈ ਵੀ ਸਰ ਕਬੂਲ ਕਰਨਗੇ ਸਾਡਾ ਇਹ ਛੋਟਾ ਜਿਹਾ ਸੱਦਾ, ਕਿਉਂਕਿ ਪਿੱਛੇ ਸਾਡੇ 3-4 ਮਹੀਨੇ ਪਹਿਲਾਂ ਸਾਡੇ ਸੱਤ ਕਰਤਾਰ ਜੀ ਪੂਰੇ 25-26 ਸਾਲ ਲਾਏ ਸੀ। ਇਹਨਾਂ ਨੂੰ ਰਿਟਾਇਰਮੈਂਟ ਪਾਰਟੀ ਅਸੀਂ ਕਰੀ ਸੀਗੀ। ਉਦੋਂ ਕਰੋਨਾ ਦਾ ਕਾਫੀ ਡਰ ਸੀਗਾ ਵੀ ਇਕੱਠ ਨਹੀਂ ਕਰਨਾ, ਇਹ ਨਹੀਂ ਕਰਨਾ, ਉਹ ਨਹੀਂ ਕਰਨਾ। ਉਦੋਂ ਅਸੀਂ ਫਿਰ ਪਿੰਡਾਂ ਨੂੰ ਕਹਿ ਕੇ ਕਲੱਬਾਂ ਨੂੰ, ਪੰਚਾਇਤ ਨੂੰ, ਹੋਰ ਨੂੰ ਕਿਵੇਂ ਨਾ ਕਿਵੇਂ ਪਾਰਟੀ ਵੀ ਜ਼ਰੂਰ ਚਾਹੀਦੀ ਹੈਗੀ। ਤੇ ਉਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਉਠਾਇਆ ਸੀਗਾ। ਉਹ ਉੱਥੇ ਵੀ ਸਾਨੂੰ ਪਿੰਡਾਂ ਨੇ ਕਾਫੀ ਵਧੀਆ ਸਹਿਯੋਗ ਦਿੱਤਾ ਸੀਗਾ। ਤੇ ਸਾਡੀ ਹੁਣ ਸਲਾਹ ਸੀਗੀ ਵੀ ਪਹਿਲਾਂ ਸਾਡੇ ਨਾਲ ਹੋਈ ਸੀ ਗੱਲ ਵੀ ਪਿੰਡ 'ਚ ਰੱਖ ਲਈਏ। ਤੇ ਉਹ ਪਿੰਡ ਦੇ ਵਿੱਚ ਪਰਸੋਂ ਚੌਥੀ ਪਿਛਲੇ ਹਫ਼ਤੇ ਇੱਕ ਦੁਰਘਟਨਾ ਵਾਪਰ ਗਈ ਸੀ। ਇੱਕ ਨੌਜਵਾਨ ਮੁੰਡੇ 21 ਸਾਲ ਦਾ ਕਰੰਟ ਲੱਗ ਕੇ ਡੈਥ ਹੋਣ ਕਰਕੇ ਉਹਨਾਂ ਦਾ ਸ਼ਾਇਦ ਭੋਗ ਹੈ ਸਵੇਰੇ ਉਹ ਮੁੰਡੇ ਦਾ। ਤੇ ਉਹ ਸਾਰੇ ਯਾਨੀ ਕਿ ਪਿੰਡ 'ਚ ਕਾਫੀ ਸ਼ੋਕ ਮਨਾਇਆ ਜਾ ਰਿਹਾ ਹੈਗਾ। ਉਹ ਬੱਚੇ ਦਾ ਕਾਫੀ ਨੌਜਵਾਨ ਸੀ, ਕਲੱਬ ਦਾ ਸਰਗਰਮ ਵਰਕਰ ਸੀਗਾ ਮੁੰਡਾ ਉਹ। ਤੇ ਤਾਂ ਕਰਕੇ ਵਿੱਚ ਸਾਹਿਬ ਕਹਿੰਦੇ ਵੀ ਜਦ ਆਪਾਂ ਸਕੂਲ ਦੇ ਵਿੱਚ ਹੀ ਕਰਾਂਗੇ ਜਿੰਨਾ ਕੋਈ ਆਪਦੇ ਵੱਲੋਂ। ਤੇ ਅਸੀਂ ਸਾਰੇ ਸਟਾਫ ਵੱਲੋਂ ਸਾਰੇ ਇਹਨਾਂ ਦੇ ਪਰਿਵਾਰ ਨੂੰ, ਫੈਮਿਲੀ ਨੂੰ ਜੀ ਆਇਆਂ ਨੂੰ ਕਹਿੰਦੇ ਹੈਗੇ। ਤੇ ਬਾਹਰੋਂ ਆਏ ਸਾਡੇ ਅਧਿਆਪਕ ਸਾਥੀਆਂ ਨੂੰ, ਨਾਲ ਸ਼ਮਸ਼ੇਰ ਸਿੰਘ ਜੀ ਤਾਲੀਆਂ ਸਾਡੇ ਕੋਲੇ ਪਹੁੰਚੇ ਨੇਗੇ। ਅਸੀਂ ਇਹਨਾਂ ਨੂੰ ਵੀ ਤੇ ਨਾਲ 2 ਸਰ ਹੋਰ ਨੇ, ਮੈਂ ਨਾਮ ਨਹੀਂ ਜਾਣਦਾ ਕੀ ਭਵਿੰਦਰ ਸਿੰਘ ਤੇ ਨਾਜ਼ਮ ਸਿੰਘ, ਤੇ ਇਹਨਾਂ ਦੇ ਸਰ ਦੇ ਨਾਲ ਕੰਮ ਕਰਿਆ ਹੋਣਾ ਸਰ ਨੇ ਅਧਿਆਪਕ ਦਲ ਦੇ। ਠੀਕ ਹੈ ਜੀ ਸਰ, ਇਹ ਮੇਰੀ ਪਹਿਲਾਂ ਮੁਲਾਕਾਤ ਨਹੀਂ ਸਰ ਨਾਲ। ਤੇ ਅਸੀਂ ਇਹਨਾਂ ਨੂੰ ਸਾਡੇ ਸਮੂਹ ਸਟਾਫ ਵੱਲੋਂ ਜੀ ਆਇਆਂ ਨੂੰ ਕਹਿੰਦੇ ਹੈਗੇ। ਤੇ ਮੈਂ ਦੀਪ ਜੈਨ ਜੀ ਨੂੰ ਬੇਨਤੀ ਕਰਦਾਗਾ ਵੀ ਉਹ ਆਪਣਾ ਅੱਗੇ ਕਾਰਵਾਈ ਚਲਾਉਣਾ। ਤੇ ਸਰ ਨੂੰ ਮੈਂ ਬੇਨਤੀ ਕਰਦਾ ਵੀ ਪ੍ਰੀਤ ਨੇ ਗੁਰਤਸਰ ਜੀ ਨੂੰ ਜ਼ਰੂਰ ਟਾਈਮ ਦੇਣਾ। ਤੇ ਬਹੁਤ ਵਧੀਆ ਜਾਨੀ ਕਿ ਇੱਕ ਸਾਰੇ ਜਿੱਥੇ ਵੀ ਇੱਕ ਮਿਲਦੇ ਹੁੰਦੇ ਨੇਗੇ, ਖਾਸ ਕਰਕੇ ਔਰਤਾਂ ਦੇ ਹੱਕਾਂ ਦੀ, ਬੱਚਿਆਂ ਦੇ ਹੱਕਾਂ ਦੀ ਹਮੇਸ਼ਾ ਗੱਲ ਕਰਦੇ ਨੇਗੇ। ਇੱਕ ਇਹਨਾਂ ਦਾ ਗਾਣਾ ਹੈਗਾ 3 ਪੱਪਿਆਂ ਵਿਚਾਲੇ ਮੈਂ ਬਿਸਦੀ ਰਹੀ। ਤੇ ਉਹ ਆਪੇ ਦੱਸਣੇ ਵੀ ਕਿਹੜੇ ਪੱਪੇ ਨੇਗੇ, ਕਿਸ ਤਰ੍ਹਾਂ ਦਾ। ਮੈਂ ਸਰ ਨੂੰ ਕਹੂੰਗਾ ਕਿ ਉਹ ਵੀ ਸਾਰਾ ਸਾਡੇ 2 ਸ਼ਬਦ ਸਾਂਝੇ ਕਰਨ। ਮੈਂ ਸਰ ਨਾਲ ਵੀ 2-4 ਵਾਰ ਮਿਲਿਆ ਸੀ। ਤੇ ਬਹੁਤ ਵਧੀਆ ਜਾਨੀ ਕਿ ਸਾਡਾ ਨਾਮ ਹੈ ਆਪਣੇ ਇਲਾਕੇ ਦੇ ਵਿੱਚ। ਹਾਂਜੀ ਦੀਪ ਜੈਨ ਜੀ, ਪ੍ਰੀਤ ਸਿੰਘ ਗੁਰਤਸਰ ਜੀ। ਹਾਂਜੀ ਇਹ ਤੁਸੀਂ ਦੇਖ ਸਕਦੇ। ਸਭ ਤੋਂ ਪਹਿਲਾਂ ਮੈਂ ਸਟੇਜ ਦੇ ਉੱਤੇ ਆਪਣੇ ਜ਼ਿਲ੍ਹਾ ਪ੍ਰਧਾਨ ਅਧਿਆਪਕ ਦਲ ਦੇ ਗੁਰਚਰਨ ਸਿੰਘ ਮਾਨ ਜੀ ਨੂੰ ਬੇਨਤੀ ਕਰੂੰਗਾ ਵੀ ਉਹ ਆ ਕੇ ਆਪਣੇ ਸ਼ੁਭ ਵਿਚਾਰ ਰੱਖਣ। ਗੁਰਚਰਨ ਸਿੰਘ ਮਾਨ। ਸਰਦਾਰ ਗੁਰਦੀਪ ਸਿੰਘ ਧਨੋਆ, ਸਾਡੇ ਬਹੁਤ ਸਤਿਕਾਰਯੋਗ ਅੰਕਲ ਜਸਵੀਰ ਸਿੰਘ ਜੀ, ਬਾਕੀ ਸਮੁੱਚੀ ਫੈਮਿਲੀ, ਸਰਦਾਰ ਮਿੱਤਰ ਪ੍ਰਿੰਸੀਪਲ ਅਰੁਣ ਕੁਮਾਰ ਜੀ, ਸਮੂਹ ਸਟਾਫ ਮੈਂਬਰ ਅਤੇ ਅਧਿਆਪਕ ਦਲ ਦੀ ਟੀਮ। ਅੱਜ ਬੜੇ ਖੁਸ਼ੀ ਦੇ ਮੌਕੇ ਅਸੀਂ ਇਕੱਠੇ ਹੋਏ ਹਾਂ, ਕਿਉਂਕਿ ਰਿਟਾਇਰਮੈਂਟ ਵੀ ਅੱਜ ਕੱਲ੍ਹ ਦਾ ਖਾਸ ਕਰਕੇ ਹਰ ਕੋਈ ਚਾਹੁੰਦਾ ਵੀ ਛੇਤੀ ਮੇਰਾ ਖੜਾ ਛੁੱਟੇ। ਮਹਿਕਮੇ ਦਾ ਮਾਹੌਲ ਐਸਾ ਬਣਿਆ ਪਿਆ ਤੇ ਇਹ ਬੜੇ ਵਧੀਆ ਸਮੇਂ ਦੇ ਉੱਤੇ ਆਪਣੀ ਰਿਟਾਇਰਮੈਂਟ 58 ਸਾਲ ਦੀ ਸਰਵਿਸ ਪੂਰੀ ਕਰਕੇ ਬੜਾ ਲੰਬਾ ਚੌੜਾ ਇਤਿਹਾਸ ਰਿਹਾ ਹੈ। ਇਕੱਠਿਆਂ ਦੀ ਸਰਵਿਸ ਕੀਤੀ ਹੈ ਅਸੀਂ। ਸਭ ਤੋਂ ਪਹਿਲਾਂ ਅਸੀਂ ਜੀਬੀਟੀ ਇਕੱਠਿਆਂ ਦੀ ਕੀਤੀ ਸੀ। ਸਭ ਤੋਂ ਪਹਿਲਾਂ ਸਾਡੀ ਮੁਲਾਕਾਤ 78 ਦੇ ਵਿੱਚ ਹੋਈ ਸੀ। ਮੈਂ 77 ਜੀਬੀਟੀ ਕਰਨ ਲੱਗਿਆ ਸੀ, 78 ਕਰਨ ਲੱਗੇ ਸੀ। ਇੱਕ ਸਾਲ ਮੇਰੇ ਤੋਂ ਜੂਨੀਅਰ ਸੀਗੇ। ਤੇ ਘਰ ਵੀ ਸਾਡੇ ਉੱਥੇ ਜਿੱਥੇ ਮੈਂ ਰਹਿੰਦਾ ਸੀ ਨਾ, ਨੇੜੇ ਘਰ। ਉਸ ਤੋਂ ਲੈ ਕੇ ਫਿਰ ਅਸੀਂ ਹਾਇਰਿੰਗ ਸਰਵਿਸ ਕੀਤੀ ਇਕੱਠਿਆਂ ਨੇ। ਫਿਰ ਅਸੀਂ ਪੰਜਾਬ 'ਚ ਆ ਗਏ। ਪੰਜਾਬ 'ਚ ਆ ਕੇ ਫਿਰ ਅਸੀਂ ਜਥੇਬੰਦੀ ਦੇ ਵਿੱਚ, ਅਧਿਆਪਕ ਦਲ ਦੇ ਵਿੱਚ ਕੰਮ ਸ਼ੁਰੂ ਕੀਤਾ। ਤਾਂ ਅਧਿਆਪਕ ਦਲ ਦੇ ਵਿੱਚ ਸ਼ੁਰੂ ਤੋਂ ਇਹਨਾਂ ਨੇ ਕਿਸੇ ਤਰ੍ਹਾਂ ਵੀ ਕੋਈ ਮੌਕਾ ਸੀ ਖੇੜੇ ਮੱਥੇ ਇਹ ਜਥੇਬੰਦੀ ਨਾਲ ਜਾਣ ਨੂੰ ਪ੍ਰਵਾਨ ਕਰਦੇ ਸੀ। ਚਾਹੇ ਅਸੀਂ ਧਰਨਾ ਹੁੰਦਾ ਕੋਈ, ਚਾਹੇ ਰੈਲੀ ਹੁੰਦੀ, ਚਾਹੇ ਚੋਣ ਹੁੰਦੀ, ਚਾਹੇ ਕੋਈ ਹੋਰ ਪ੍ਰੋਗਰਾਮ ਹੁੰਦਾ, ਤੇ ਅਸੀਂ ਸਾਰੇ ਉੱਥੇ ਪਹੁੰਚਦੇ ਸੀ ਤੇ ਬੜਾ ਵਧੀਆ ਮਾਹੌਲ ਹੁੰਦਾ। ਹੁਣ ਤਾਂ ਇਹ ਬੜੇ ਖਾਲਸਾ ਜੀ ਬਣੇ ਹੋਏ ਨੇ, ਵਧੀਆ ਗੱਲ ਹੈ। ਤੇ ਉਸ ਟਾਈਮ ਤੇ ਥੋੜਾ ਜਿਹਾ ਦੂਜਾ ਕੰਮ ਵੀ ਚੱਲਦਾ ਖਾਣ ਪੀਣ ਵਾਲਾ। ਤੇ ਫਿਰ ਜਦੋਂ ਅਸੀਂ ਆਉਂਦੇ ਮੁੜ ਕੇ ਤਾਂ ਸੰਤਰੂਆ ਸਾਹਿਬ ਹੁੰਦੇ, ਗੁਰਥੀ ਸਾਹਿਬ ਹੁੰਦੇ, ਤਾਂ ਸਾਡੇ ਫਿਰ ਪਿਕਨਿਕ ਚੱਲਦੀ, ਉਹਦੇ ਗੀਤ ਚੱਲਦਾ ਗੱਡੀ ਦੇ ਵਿੱਚ। ਐਂ ਲੱਗਦਾ ਪਤਾ ਨਹੀਂ ਕਿੱਥੋਂ ਜਦੋਂ ਤੱਕ ਕੋਦਲਾ ਟਿਕਦਾ ਆ ਗਈ। ਬਹੁਤ ਹੀ ਵਧੀਆ ਸਮਾਂ ਸੀ। ਐਨੇ ਖੁਸ਼ ਹੁੰਦੇ, ਕਹਿੰਦੇ ਅਸੀਂ ਘੁੰਮਣ ਚਲੇ ਜਾਂਦੇ, ਰਾਤ ਉੱਥੇ ਰਹਿ ਜਾਂਦੇ। ਗੁਰਦੀਪ ਸਿੰਘ ਦੇ ਸਹੁਰੀ ਰਣਜੀਤ ਕੌਰ ਕੋਲੇ, ਤੇ ਆਉਂਦੇ ਉੱਤੇ ਬੈਠੇ ਉੱਥੇ ਰੁਕ ਜਾਂਦੇ। ਮਤਲਬ ਕਿ ਇੰਨਾ ਵਧੀਆ ਸਮਾਂ ਬੀਤਿਆ। ਕਿਤੇ ਵੀ ਕੈਂਪਾਂ 'ਤੇ ਇਕੱਠੇ ਹੋਣਾ ਸੀ, ਉੱਥੇ ਵੀ ਅਸੀਂ ਇਸ ਤਰ੍ਹਾਂ ਮਤਲਬ ਗੱਲਬਾਤ ਕਰਨੀ, ਕਿਉਂਕਿ ਕਾਫੀ ਲੰਬਾ ਸਮਾਂ ਸਰਵਿਸ ਕੀਤੀ ਹੈ। ਜਿਵੇਂ ਮੈਂ ਵੀ 40 ਸਾਲ ਸਰਵਿਸ ਕੀਤੀ ਹੈ, ਤੇ ਲਗਾਤਾਰ 16 ਸਾਲ ਮੈਂ ਰੈਲੀ ਲਾਇਆ। ਨਿਆਰਨ ਕੁਮਾਰ ਨੂੰ ਮੈਂ ਵੀ ਲੈ ਕੇ ਆਇਆ ਸੀ ਉੱਥੇ, ਇਹ ਮੈਥ ਮਾਸਟਰ ਸੀ ਮੇਰੇ ਕੋਲੇ। ਤੇ ਉਸ ਤੋਂ ਬਾਅਦ ਅਸੀਂ 16 ਤੱਕ ਇਕੱਠੇ ਰਹੇ ਹਾਂ। ਚਲੋ ਇਹ ਬਹੁਤ ਵਧੀਆ ਗੱਲ ਹੋਈ, ਪ੍ਰਿੰਸੀਪਲ ਬਣ ਗਏ, ਕਾਬਲ ਸੀ ਬਣ ਗਏ, ਵਧੀਆ ਗੱਲ ਸੀ।
ਤੇ ਇਸ ਤਰ੍ਹਾਂ ਇਹ ਆਪਣਾ ਗੋੜਾਵਾਲ ਹੈਗਾ ਫਿਰ ਮਸਮਾ ਹੈਡ ਦੇ ਤੌਰ ਤੇ। ਫਿਰ ਇਹਨਾਂ ਨੂੰ ਉੱਥੇ ਭਿੱਖੀ ਗਏ ਨੇ। ਇੱਕ ਵਾਰੀ ਸਮੱਸਿਆ ਵੀ ਆ ਗਈ ਥੋੜੀ ਜੀ, ਬਦਲੀ ਵੀ ਹੋ ਗਈ ਸੀ, ਉਦੋਂ ਵੀ ਸਾਨੂੰ ਕਾਜ ਭਾਈ ਨਟ ਕਰਨੀ ਪਈ। ਉਦੋਂ ਦੀ ਬਦਲੀ ਹੋ ਗਈ ਸੀ ਇੱਧਰ ਢਿੱਲ ਕੇ, ਤਾਂ ਦੁਬਾਰੇ ਫਿਰ ਉਹ ਕਰਾ ਕੇ ਤਾਂ ਫਿਰ ਆਪਣਾ ਬੁਹਾ ਆ ਗਏ ਸੀਗੇ। ਤਾਂ ਫਿਰ ਭਿੱਖੀ ਤੇ ਖੀਰ ਦੇ ਵਿੱਚ ਮੇਰੇ ਖਿਆਲ ਇਹ ਇਹਨਾਂ ਦੇ ਇਸ ਦਾ ਸਫ਼ਰ ਹੈ ਆਪਣੀ ਐਜੂਕੇਸ਼ਨ ਦਾ ਉਹ ਲੰਘਿਆ ਹੈ। ਤਾਂ ਜ਼ਿਲ੍ਹੇ ਦੇ ਵਿੱਚ ਹੁਣ ਸਾਡੇ ਕੋਲ ਬਤੌਰ ਸਿਰੇ ਪ੍ਰਧਾਨ ਦਾ ਪਦਲ ਕੰਮ ਕਰਦੇ ਨੇ, ਬਲਾਕ ਦੇ ਵਿੱਚ ਵੀ ਉਹ ਕਾਫੀ ਉੱਭਰ ਰਹੇ ਨੇ। ਤੇ ਮਤਲਬ ਕਿਸੇ ਪੱਖੋਂ ਵੀ ਸਾਨੂੰ ਇਹਨਾਂ ਨੇ ਕਦੇ ਵੀ ਕੋਈ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਸੀ। ਜਥੇਬੰਦੀ ਨੂੰ ਪ੍ਰਫੁੱਲ ਕਰਨ ਵਾਸਤੇ, ਚਾਹੇ ਅਸੀਂ ਕਿਤੇ ਜਾਣਾ ਹੋਵੇ ਜਾਂ ਕਿਤੇ ਹੋਰ ਆਉਣਾ ਹੋਵੇ, ਅਸੀਂ ਜਦੋਂ ਕਿਤੇ ਜਾਣਾ ਹੋਵੇ ਕੰਮ ਜੀਤ ਕੌਰ ਦਾ ਸ਼ਿਫਟਿੰਗ ਦਾ ਕੰਮ ਸੀਗਾ, ਤੇ ਉਹ ਵੀ ਸਾਨੂੰ ਚੱਕਰ ਪਾਤਾ ਸੀ ਇੱਕ ਵਾਰੀ। ਕਈ ਵਾਰ ਤਾਂ ਸਾਡੇ ਇਲਾਕੇ ਸਾਡੇ ਮਤਲਬ ਕਿ ਐਮਐਲਏ ਗੁੱਟ ਹੋ ਗਿਆ ਸੀ, ਐਵੇਂ ਮੌਕਾ ਗਿਆ ਇੱਕ ਸਾਡੇ ਨਾਲ। ਤਾਂ ਫਿਰ ਵੀ ਅਸੀਂ ਇਹਨੇ ਸ਼ਿਫਟਿੰਗ ਜਿਹੜੀ ਉਹ ਰੁਕਵਾ ਕੇ ਬॉयਜ਼ ਸਕੂਲ ਤੋਂ ਗਰਲਸ ਸਕੂਲ ਕਰ ਲਈ ਸੀ। ਪਰ ਇਹ ਜਿਹੇ ਮੌਕੇ ਵੀ ਹੁੰਦੇ ਸੀ, ਸਾਨੂੰ ਬੜੇ ਸਮੱਸਿਆ ਵੀ ਹੁੰਦੀਆਂ ਰਹੀਆਂ ਜਥੇਬੰਦੀ ਤੌਰ ਤੇ। ਆਪਦੇ ਬੰਦੇ ਕਈ ਵਾਰੀ ਬਹੁਤ ਕਰ ਦਿੰਦੇ ਸੀ, ਪਰ ਅਸੀਂ ਖੜੇ ਰਹੇ ਜਿੱਥੇ ਖੜੇ ਸੀ। ਸਟੈਂਡ ਸਾਡਾ ਇਹ ਸੀਗਾ ਵੀ ਸਾਡੀ ਜਥੇਬੰਦੀ ਬੈਠੇ ਕ੍ਰਿਸ਼ਨ ਨੂੰ ਗੁੱਟੀ ਬੈਠੀ ਹੈ, ਸ਼ਮਸ਼ੇਰ ਸਿੰਘ ਤਾਲੀਆ ਬੈਠੇ ਲੈਕਚਰਰ ਨੇ, ਉਹ ਨਾਨੀ ਸਿੰਘ ਜੀ ਲੈਕਚਰਰ ਖਿਆਲਾ ਇਕਨੋਮਿਕਸ, ਭਿੰਦਰ ਸਿੰਘ ਜੀ ਸਮਾਰਟ ਸੀਗੇ, ਤਾਲੀਆ ਦਾ ਪਿੰਡ ਹੈ। ਤਾਂ ਇਹ ਸਾਰਾ ਜਥੇਬੰਦੀ ਇਹਦੇ ਪਰ ਡਾਕਟਰ ਵਿਰਦੀ ਭੂਆ ਸਾਹਿਬ, ਗੁਰਦਾਸ ਸਿੰਘ ਹੁੰਦਾ ਸੀ, ਪਰ ਜਿਹਨੇ ਸਾਡੀ ਜਥੇਬੰਦੀ ਸੀ ਲਗਭਗ ਅਸੀਂ ਇੱਕ ਸਾਈਡ ਤੇ ਖੜੇ ਸੀ ਕਿ ਅਸੀਂ ਕਿਤੇ ਮੌਜੂਦਾ ਸਿਸਟਮ ਦੀ ਪ੍ਰੋਗਰਾਮ ਨਹੀਂ ਕੀਤੀ ਸੀ। ਤਾਂ ਅਸੀਂ ਵੀ ਸਰਕਾਰ ਨਾਲ ਸੰਬੰਧਿਤ ਸੀ, ਪਰ ਫਿਰ ਵੀ ਕਈ ਵਾਰ ਦਾ ਸਾਹਮਣਾ ਕਰਨਾ ਪੈਂਦਾ। ਇਸ ਤਰ੍ਹਾਂ ਮੈਨੂੰ ਕਿਹਾ ਪਹਿਲਾਂ ਪ੍ਰੋਗਰਾਮ ਦੱਸੋ ਕਿਵੇਂ ਹੈ ਜੀ, ਇੱਥੇ ਇੱਕ ਪ੍ਰੋਗਰਾਮ ਉੱਥੇ ਸੀ। ਤਾਂ ਇਹਨਾਂ ਨੂੰ ਕਿਹਾ ਵੀ ਤੁਸੀਂ ਸਕੂਲ 'ਚ ਆ ਜਾਓ 5-4 ਬੰਦੇ। ਤਾਂ ਉਸ ਹਿਸਾਬ ਨਾਲ ਫਿਰ ਅਸੀਂ ਇੰਨੇ ਕੁ ਬੰਦੇ ਇੱਥੇ ਅੱਜ ਤੱਕ ਪਹੁੰਚ ਗਏ ਸੀਗੇ। ਤੇ ਬੜਾ ਵਧੀਆ ਲੱਗਿਆ ਵੀ ਇਹੋ ਜਿਹੇ ਮੌਕਿਆਂ ਤੇ ਜਦੋਂ ਬੰਦਾ ਰਿਟਾਇਰ ਹੁੰਦਾ ਹੈ ਤਾਂ ਉਹ ਸਾਰੇ ਸਾਲ ਦੀ ਉਹਦੀ ਜਿਹੜੀ ਮਿਹਨਤ ਕੀਤੀ ਹੁੰਦੀ ਹੈ, ਆਪਣੀ ਐਜੂਕੇਸ਼ਨ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਨਿਆਂ ਕੀਤਾ ਹੁੰਦਾ ਹੈ, ਤੇ ਜਾਂ ਹੋਰ ਸੁਸਾਇਟੀ ਵਾਸਤੇ ਕੰਮ ਕੀਤੇ ਹੁੰਦੇ ਆ, ਤਾਂ ਉਹਨਾਂ ਕੰਮਾਂ ਦੀ ਜਦੋਂ ਇੱਥੇ ਗੱਲਬਾਤ ਹੁੰਦੀ ਹੈ ਤਾਂ ਉਹ ਬਹੁਤ ਵਧੀਆ ਲੱਗਦਾ ਵੀ ਉਹ ਬੰਦੇ ਉਹਦਾ ਨਾਂ ਚੱਲਦਾ ਹੈ। ਜਿਵੇਂ ਦੱਸਿਆ ਸੀ ਉਹਨਾਂ ਨੇ ਵੀ ਗਾਣੇ ਤਾਂ ਫਿਰ ਇਹ ਵੀ ਮਾਨਕ ਦੇ ਫੈਨ, ਇਹ ਵੀ ਮਾਨਕ ਦੇ ਫੈਨ, ਭਾਵੇਂ ਇਹ ਆਪਣੇ ਲਿਖਦੇ ਆ, ਇਹ ਆਪਣੇ ਲਿਖ ਕੇ ਆਪ ਗਾਉਂਦੇ ਆ, ਤਾਂ ਇਹ ਉਸ ਤੋਂ ਵੀ ਮਾਨਕ ਦੇ ਫੈਨ ਨੇ। ਸੱਭਿਆਚਾਰ ਪ੍ਰੋਗਰਾਮਾਂ ਦੇ ਵਿੱਚ ਵੀ ਜਦੋਂ ਅਸੀਂ ਜੇਬੀਟੀ 'ਚ ਟ੍ਰੇਨਿੰਗ ਕਰ ਦਿੰਦੇ ਨਾ, ਸਾਡੀ ਟੀਚਿੰਗ ਲੱਗਦੀ ਹੁੰਦੀ ਸੀਗੀ ਆਪਣੇ ਪ੍ਰਾਇਮਰੀ ਸਕੂਲ ਦੇ ਵਿੱਚ ਬਲਾਡੇ, ਤਾਂ ਉੱਥੇ ਫਿਰ ਅਸੀਂ ਕਹਿੰਦੇ ਵੀ ਚਲਾਓ, ਫਿਰ ਇਹ ਕਾਲਜਾਂ ਜੁੜ ਲੈਂਦੇ ਸੀ। ਉੱਥੇ ਹੀ ਨਾਲੇ ਬੱਚਿਆਂ ਨੂੰ ਸੁਣਾਉਂਦੇ ਤੇ ਨਾਲੇ ਆਪ ਸੁਣਦੇ। ਮਤਲਬ ਜਿੱਥੇ ਵੀ ਕਹਿੰਦਾ ਗਾਉਣ ਨੱਚਣ ਵਾਲੇ ਕਹਿੰਦੇ, ਗਾਉਣ ਵਾਲੇ ਕੀ ਕਹਿੰਦੇ, ਮੂੰਹ ਨੱਚਣ ਵਾਲੇ ਗਾਉਣ ਵਾਲੇ ਦਾ ਮੂੰਹ। ਤਾਂ ਮਤਲਬ ਉਹ ਜਦੋਂ ਬੰਦਾ ਜਿਹੜਾ ਗਾਉਂਦਾ ਹੈ ਜਿਹੜਾ ਬੋਲ ਸਕਦਾ, ਫਿਰ ਉਹ ਜਿਸ ਵੀ ਆਪਾਂ ਕਹਿੰਦੇ ਉੱਥੇ ਕਰੀ ਲੈਂਦਾ। ਉਸ ਤੋਂ ਬਾਅਦ ਵੀ ਅਸੀਂ ਹੁਣ ਅਸੀਂ ਆਪ 'ਚ ਰਿਸ਼ਤੇਦਾਰ ਵੀ ਹਾਂ। ਪਹਿਲਾਂ ਦੋਸਤ ਮਿੱਤਰ ਸੀ, ਫਿਰ ਸਟਾਫ ਮੈਂਬਰ ਸੀ, ਫਿਰ ਜਥੇਬੰਦੀ ਕੰਮ ਕੀਤਾ, ਤੇ ਹੁਣ ਅਸੀਂ ਆਪਣੇ ਰਣਜੀਤ ਕੌਰ ਦੀ ਭਤੀਜੀ ਹੈ, ਉਹ ਮੇਰੇ ਭਾਣਜੇ ਹੋ। ਅਸੀਂ ਮਈ ਜੋਦਾ ਸੀ, ਉਹ ਅਸੀਂ ਰਿਸ਼ਤਾ ਕਰਾਇਆ ਸੀਗਾ। ਬਹੁਤ ਵਧੀਆ ਪਰਿਵਾਰ ਹੈ, ਬੱਚੇ ਬੜੇ ਸੈੱਟ ਨੇ। ਇਸ ਤਰ੍ਹਾਂ ਸਾਰੇ ਪੱਖਾਂ ਤੋਂ ਹੀ ਧੰਨਵਾਦ ਸਾਹਿਬ ਸਾਡੇ ਬੜੇ ਮਿੱਤਰ ਮਿਲਨਸਾਰ। ਤੇ ਮੈਂ ਅਖੀਰ ਦੇ ਵਿੱਚ ਇਹ ਕਹੂੰਗਾ ਵੀ ਇਹ ਆਪਣੇ ਅਗਲੇ ਸਮੇਂ ਦੇ ਵਿੱਚ ਬੜੇ ਵਧੀਆ ਢੰਗ ਦੇ ਨਾਲ, ਜਿਵੇਂ ਜਿਹੜੇ ਪਾਸੇ ਉਹਨਾਂ ਦਾ ਧਿਆਨ ਗਿਆ ਹੋਇਆ ਵੀ ਗੁਰਸਿੱਖੀ ਵੱਲ ਹੈ, ਸਮਾਜ ਸੁਧਾਰ ਵੱਲ ਹੈ, ਧਰਮ ਤੌਰ ਤੇ ਹੁਣ ਇਹ ਬੜੇ ਵਧੀਆ ਉਸ ਪਾਸੇ ਲੱਗੇ ਹੋਏ ਨੇ। ਤਾਂ ਇਸ ਤਰ੍ਹਾਂ ਅੱਗੇ ਹੋਰ ਇਹ ਜਿੰਨੀ ਸਿੱਖਿਆ ਦੇ ਸਕਦੇ ਆ ਸਮਾਜ ਨੂੰ, ਉਹਦੀ ਸਿੱਖਿਆ ਦਿੰਦੇ ਰਹੇ। ਧੰਨਵਾਦ। ਬਹੁਤ ਹੀ ਪੁਰਾਣੀਆਂ ਗੱਲਾਂ ਸਰ ਤੋਂ ਸਾਨੂੰ ਸੁਣਨ ਨੂੰ ਮਿਲੀਆਂ। ਜਿਵੇਂ ਦੱਸ ਰਹੇ ਸੀ ਵੀ ਅਸੀਂ ETT 1976-77 ਦੀ ਕੀਤੀ, ਜਲੰਧਰ ਤੋਂ ਵਾਪਸੀ ਦੇ ਟੂਰ ਕਾਰ ਦੇ ਵਿੱਚ ਗਾਣੇ, ਤੇ ਸਭ ਨੂੰ ਹੀ ਆਪਾਂ ਨੂੰ ਉਤਸੁਕਤਾ ਜੀ ਹੈ ਵੀ ਸਰ ਦਾ ਜੋ ਸਿੱਖਿਆ ਦੇ ਖੇਤਰ ਦੇ ਵਿੱਚ ਕੈਰੀਅਰ ਰਿਹਾ ਹੈ, ਸਾਰਾ ਸਫ਼ਰ ਰਿਹਾ ਹੈ, ਉਹਦੇ ਬਾਰੇ ਕੁਝ ਆਪਾਂ ਰੂਬਰੂ ਹੋ ਜਾਈਏ। ਉਸ ਸੰਬੰਧਤ ਚਾਨਣਾ ਪਾਉਣ ਲਈ ਮੈਂ ਸਾਡੇ ਲੈਕਚਰਰ ਕੂੜਾ ਸਿੰਘ ਜੀ ਨੂੰ ਰਿਕੁਐਸਟ ਕਰੂੰਗਾ ਵੀ ਉਹ ਸਟੇਜ ਤੇ ਆਉਣ ਤੇ ਉਹਦੇ ਬਾਰੇ ਸਾਨੂੰ ਕੁਝ ਦੱਸਣ। ਕੂੜਾ ਸਿੰਘ ਜੀ। ਅਧਿਆਪਕ ਸਾਹਿਬਾਨ, ਅੱਜ ਆਪਾਂ ਬੜੇ ਹੀ ਵਧੀਆ ਮੌਕੇ ਤੇ ਸਰਦਾਰ ਗੁਰਦੀਪ ਸਿੰਘ ਧਨੋਆ ਲੈਕਚਰਰ ਅੰਗਰੇਜ਼ੀ, ਉਹਨਾਂ ਦੀ ਰਿਟਾਇਰਮੈਂਟ ਦੀ ਪਾਰਟੀ ਦੇ ਮੌਕੇ ਤੇ ਇਕੱਠੇ ਹੋਏ ਆ, ਤੇ ਅੱਜ ਮੈਂ ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਨੇ ਕਿੱਥੇ ਕਿੱਥੇ ਸਰਵਿਸ ਕੀਤੀ ਉਹਦੇ ਬਾਰੇ ਦੱਸਣ ਲੱਗੇ ਆ।
ਸਰਦਾਰ ਗੁਰਦੀਪ ਸਿੰਘ ਧਨੋਆ ਜੀ ਦਾ ਜਨਮ ਮਿਤੀ 9/12/1962 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੜੇਲੇ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਜਸਵੀਰ ਸਿੰਘ ਤੇ ਮਾਤਾ ਦਾ ਨਾਮ ਸਰਦਾਰਨੀ ਰਾਜਵੰਤ ਕੌਰ ਸੀ। ਇਹ 3 ਭਰਾ ਸਨ ਤੇ 1 ਭੈਣ। ਇਹਨਾਂ ਦੀ ਧਰਮ ਪਤਨੀ ਸਰਦਾਰਨੀ ਰਣਜੀਤ ਕੌਰ ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਵਿੱਚ ਆਰਟ ਐਂਡ ਕਰਾਫਟ ਦੀ ਟੀਚਰ ਹੈ। ਇਹਨਾਂ ਦੇ 2 ਲੜਕੇ ਹਨ ਤੇ ਵੱਡਾ ਲੜਕਾ ਕੈਨੇਡਾ ਦੇ ਵਿੱਚ ਸ਼ਿਫਟ ਹੈ। ਤੇ ਇਹਨਾਂ ਦਾ ਇੱਕ ਪੋਤਾ ਵੀ ਹੈ ਜਿਸ ਦਾ ਨਾਮ ਹੈ ਤੇਜਸਪ੍ਰੀਤ ਸਿੰਘ। ਜੇਕਰ ਕੁਆਲੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ 5 ਵਿਸ਼ਿਆਂ ਦੇ ਵਿੱਚ ਪੋਸਟ ਗ੍ਰੈਜੂਏਸ਼ਨ MA ਕੀਤੀ ਹੋਈ ਹੈ, ਜਿਨ੍ਹਾਂ ਦੇ ਵਿੱਚ ਪੰਜਾਬੀ, ਅੰਗਰੇਜ਼ੀ, ਫਿਜ਼ੀਕਲ ਐਜੂਕੇਸ਼ਨ, ਧਰਮ ਅਧਿਐਨ ਤੇ MEd ਸ਼ਾਮਲ ਹਨ। ਇਹਨਾਂ ਦੀ ਪਹਿਲੀ ਜੁਆਇਨਿੰਗ ਹਰਿਆਣਾ ਵਿੱਚ 23/9/1981 ਨੂੰ ਹੋਈ। 23/9/1981 ਤੋਂ ਲੈ ਕੇ 24/9/1987 ਤੱਕ ਇਹਨਾਂ ਨੇ ਹਰਿਆਣਾ ਦੇ ਵਿੱਚ ਸਰਵਿਸ ਕੀਤੀ ਤੇ ਫਿਰ 25/9/1987 ਨੂੰ ਪੰਜਾਬ ਵਿੱਚ ਅਚਾਨਕ ਪਿੰਡ ਦੇ ਵਿੱਚ JVT ਅਧਿਆਪਕ ਦੇ ਰੂਪ ਦੇ ਵਿੱਚ ਜੁਆਇਨ ਕੀਤਾ। 28/12/1996 ਨੂੰ ਸਰਕਾਰੀ ਹਾਈ ਸਕੂਲ ਬੁੜਾਵਾਲ ਵਿਖੇ ਆਪ ਜੀ ਪੰਜਾਬੀ ਮਾਸਟਰ ਪ੍ਰਮੋਟ ਹੋਏ। 28/12/1996 ਨੂੰ ਤੋਂ ਲੈ ਕੇ 2010 ਤੱਕ ਆਪ ਜੀ ਨੇ ਸਰਕਾਰੀ ਹਾਈ ਸਕੂਲ ਬੂੜਾਵਾਲ ਵਿਖੇ ਬਤੌਰ ਹੈਡ ਮਾਸਟਰ ਆਪਣੀਆਂ ਸੇਵਾਵਾਂ ਨਿਭਾਈਆਂ। ਤੇ ਸਭ ਤੋਂ ਵੱਧ ਜਿਹੜਾ ਕਾਰਜਕਾਲ ਸੀ ਜੀ ਦਾ ਉਹ ਬਤੌਰ ਹੈਡ ਮਾਸਟਰ ਜਾਂ ਪੰਜਾਬੀ ਮਾਸਟਰ ਸਰਕਾਰੀ ਹਾਈ ਸਕੂਲ ਬੂੜਾਵਾਲ ਵਿੱਚ ਹੀ ਰਿਹਾ। ਤੇ ਫਿਰ 22/5/2012 ਨੂੰ ਆਪ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੀਕੀ ਦੇ ਵਿੱਚ ਬਤੌਰ ਅੰਗਰੇਜ਼ੀ ਲੈਕਚਰਰ ਪ੍ਰਮੋਟ ਹੋਏ। ਤੇ 2012 ਤੋਂ ਲੈ ਕੇ 2018 ਤੱਕ ਆਪ ਜੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੀਕੀ ਦੇ ਵਿੱਚ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਈਆਂ। 31/7/2019 ਨੂੰ ਆਪ ਜੀ ਸਾਡੇ ਕੋਲ ਆ ਗਏ। ਸਰਕਾਰੀ ਸੈਕੰਡਰੀ ਸਕੂਲ ਬਣੇ ਵਿਖੇ ਤੇ ਇੱਥੇ ਹੀ 31/12/2020 ਨੂੰ ਰਿਟਾਇਰ ਹੋਏ। ਤੇ ਉਹਨਾਂ ਦੇ ਨਾਲ ਉਹਨਾਂ ਦੇ ਭਰਾ ਤਜਿੰਦਰ ਸਿੰਘ ਪੰਜਾਬੀ ਮਾਸਟਰ ਵੀ ਆਏ ਹੋਏ ਨੇ, ਅਸੀਂ ਉਹਨਾਂ ਦੀ ਸਵਾਗਤ ਕਰਦੇ ਹਾਂ। ਤੇ ਗੁਰਦੀਪ ਸਿੰਘ ਜੀ ਦੀ ਲੈਕਚਰ ਗੁਰਦੀਪ ਸਿੰਘ ਧਨੋਆ ਜੀ ਦੀ ਜਿਹੜੀ ਸਭ ਤੋਂ ਵਧੀਆ ਗੱਲ ਮੈਨੂੰ ਲੱਗੀ ਜਾਂ ਮੈਂ ਮਹਿਸੂਸ ਕੀਤੀ, ਜਾਂ ਵੀ ਕਿਸੇ ਇਨਸਾਨ ਦਾ ਪ੍ਰਭਾਵ ਆਪਣੇ ਤੇ ਪੈਂਦਾਗਾ, ਉਹ ਕੀ ਪ੍ਰਭਾਵ ਆਪਣੇ ਤੇ ਪਿਆ। ਉਹ ਪ੍ਰਭਾਵ ਇਹ ਸੀ ਜੀ ਇਹਨਾਂ ਦੀ ਗੱਲ ਕਰਨ ਦਾ ਲਹਿਜਾ, ਪੰਜਾਬੀ ਦਾ ਉਚਾਰਨ, ਆਪਾਂ ਕਹਿ ਸਕਦੇ ਹਾਂ ਵੀ ਸ਼ੁੱਧ ਉਚਾਰਨ ਪੰਜਾਬੀ ਦਾ ਠੇਠ ਜਿਹੜਾ ਅਸੀਂ ਭੁੱਲਦੇ ਜਾ ਰਹੇ ਹਾਂ। ਭਾਵੇਂ ਕਿ ਇਹ ਇੰਗਲਿਸ਼ ਲੈਕਚਰਰ ਸੀ ਪਰ ਜ਼ਿਆਦਾਤਰ ਸਮਾਂ ਪੰਜਾਬੀ ਮਾਸਟਰ ਜੀ ਰਹੇ ਨੇ। ਉਚਾਰਨ ਪੰਜਾਬੀ ਦਾ ਬਹੁਤ ਹੀ ਵਧੀਆ, ਆਪਣੀ ਬੋਲੀ ਦੇ ਵਿੱਚ ਮੁਹਾਵਰਿਆਂ ਦੀ ਵਰਤੋਂ, ਅਖਾਣਾਂ ਦੀ ਵਰਤੋਂ, ਪੰਜਾਬੀ ਦੇ ਜਿਹੜੇ ਸਿਆਣਪਾਂ ਨੇ, ਲਕੋਤੀਆਂ ਨੇ, ਉਹਨਾਂ ਦੀ ਵਰਤੋਂ। ਇਹਨਾਂ ਕੋਲੇ ਪੰਜਾਬੀ ਸ਼ਬਦ ਭੰਡਾਰ ਦਾ ਬਹੁਤ ਵੱਡਾ ਖਜ਼ਾਨਾ। ਤੇ ਸਭ ਤੋਂ ਵੱਡੀ ਗੱਲ ਕਰਨ ਦਾ ਢੰਗ। ਸਟੇਜ ਦੇ ਉੱਤੇ ਜਾਂ ਫਿਰ ਉਂਝ ਵੀ ਜੇ ਕੋਈ ਪਿੰਡ ਦੇ ਵਿੱਚੋਂ ਆ ਜਾਵੇ, ਕੋਈ ਸਮੱਸਿਆ ਕਿਸੇ ਵਿਦਿਆਰਥੀ ਨਾਲ ਸੰਬੰਧਿਤ ਆ ਗਈ, ਕੋਈ ਪੇਰੈਂਟਸ ਆ ਗਏ, ਉਹਨਾਂ ਨੂੰ ਕਿਵੇਂ ਕੰਟਰੋਲ ਕਰਨਾ, ਕਿਵੇਂ ਹੈਂਡਲ ਕਰਨਾ, ਕਿਵੇਂ ਉਹਨਾਂ ਨਾਲ ਗੱਲਬਾਤ ਕਰਨੀ ਆ, ਇਹ ਮੈਂ ਇਹਨਾਂ ਤੋਂ ਬਹੁਤ ਕੁਝ ਸਿੱਖਿਆ। ਕਲਾਸ ਦੇ ਵਿੱਚ ਬੱਚਿਆਂ ਦੇ ਉੱਪਰ ਇਹਨਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ। ਬੱਚੇ ਡਰਦੇ ਬਹੁਤ ਸੀ। ਜਦੋਂ ਇਹ ਆਏ ਸੀ ਮੈਨੂੰ ਪਤਾ ਵੀ ਸਾਡੇ ਸਕੂਲ ਦੇ ਜ਼ਿਆਦਾਤਰ ਵਿਦਿਆਰਥੀ ਕੀ ਕਰਦੇ, ਚੱਪਲਾਂ ਪਾ ਕੇ ਆ ਜਾਂਦੇ, ਪਰ ਇਹਨਾਂ ਨੇ ਸਾਰੇ ਵਿਦਿਆਰਥੀ ਨੂੰ ਚੱਪਲਾਂ ਪਾਉਣੋਂ ਹਟਾਤਾ ਸੀ ਤੇ ਸਾਰੇ ਵਿਦਿਆਰਥੀ ਪਾਉਣਾ ਨਹੀਂ, ਸਾਰੇ ਵਿਦਿਆਰਥੀ ਲਾਈਨਾਂ ਦੇ ਵਿੱਚ ਜਾਂਦੇ ਸੀ। ਹਰ ਇੱਕ ਵਿਦਿਆਰਥੀ ਦੇ ਉੱਤੇ ਇਹਨਾਂ ਨੇ ਆਪਣੀ ਪੂਰੀ ਛਾਪ ਛੱਡੀ। ਸਾਰੇ ਵਿਦਿਆਰਥੀ ਕਹਿੰਦੇ ਸੀ ਕਿ ਹਾਂ, ਬਹੁਤ ਵਧੀਆ ਮੰਨਦੇ ਸੀ ਵੀ ਸਰ ਜੀ ਜਿਹੜੇ ਲੈਕਚਰ ਦਿੰਦੇ ਨੇ, ਗੱਲਾਂ ਸਮਝਾਉਂਦੇ ਨੇ, ਬਹੁਤ ਵਧੀਆ। ਤੇ ਇਹਨਾਂ ਗੱਲਾਂ ਦੇ ਨਾਲ ਸਾਰਿਆਂ ਦਾ ਧੰਨਵਾਦ। ਉਹਨਾਂ ਦੇ ਕੈਰੀਅਰ ਬਾਰੇ ਜਾਣਕਾਰੀ ਦਿੱਤੀ ਸਰ ਨੇ। ਇਹਨਾਂ ਦੀ ਗੱਲਾਂ ਸੁਣਦੇ ਮੇਰੇ ਵੀ ਗੱਲਾਂ ਧਿਆਨ ਚ ਆਈਆਂ। ਜਦੋਂ ਸਰ ਸਾਡੇ ਕੋਲੇ ਆਏ ਸੀ, ਉਹ ਵੈਸੇ ਤਾਂ ਮੈਨੂੰ ਬਹੁਤ ਪੁਰਾਣਾ ਜਾਣਦੇ ਨੇ ਸਰ, 15 ਸਾਲ ਤੋਂ ਤਕਰੀਬਨ ਪਹਿਲਾਂ ਜਾਣਦੇ ਸੀ, ਪਰ ਉਰੇ ਆਏ ਮੈਨੂੰ ਪਹਿਚਾਣ ਨਹੀਂ ਸਕੇ। ਫਿਰ ਮੈਨੂੰ ਦੱਸਿਆ ਮੈਂ ਮੈਡਮ ਦੇ ਸਟੂਡੈਂਟ ਰਿਹਾ ਜੀ, ਪੂਰੀ ਮੇਰੀ ਪੋਸਟਿੰਗ ਡਰਾਇੰਗ ਤੇ ਹੈ ਤੇ ਡਰਾਇੰਗ ਮੈਨੂੰ ਲੱਗਦਾ ਮੈਂ ਜਿੰਨੀ ਸਿੱਖੀ ਹੈ ਸ਼ਾਇਦ ਮੈਡਮ ਕਰਕੇ ਮੈਨੂੰ ਆਉਂਦੀ ਹੈ।
मैं सर ਨੂੰ ਦੱਸਿਆ ਮੈਂ ਕਿਹਾ ਵੀ ਮੈਂ ਮੈਡਮ ਦਾ ਸਟੂਡੈਂਟ ਰਿਹਾ ਮੈਡਮ ਦਾ ਮੈਨੂੰ ਫੋਨ ਵੀ ਆਇਆ ਤੇ ਤੁਹਾਡੇ ਸਾਰ ਉਰੇ ਆ ਗਏ ਲੱਗ ਗਿਆ ਪਤਾ ਮੈਂ ਹਾਂਜੀ ਸਰ ਨੇ ਜਿਹੜੀ ਇਹ ਗੱਲ ਕਹੀ ਸੀ ਵੀ ਚੱਪਲ ਬੂਟ ਵਾਸਤੇ ਟੋਕਣਾ ਸ਼ੁਰੂ ਕੀਤਾ ਸੀ ਮੈਨੂੰ ਲੱਗਦਾ ਤਕਰੀਬਨ ਸ਼ਾਇਦ ਇੱਕ ਹਫ਼ਤੇ ਦੇ ਵਿੱਚ ਇੰਪਰੂਵਮੈਂਟ ਸਾਰੇ ਸਕੂਲ 'ਚ ਆ ਚੁੱਕੀ ਸੀ ਇੱਕ ਵਿਅਕਤੀ ਦਾ ਪ੍ਰਭਾਵ ਹੁੰਦਾ ਹੈ ਕਹਿੰਦੇ ਤਾਂ ਅਸੀਂ ਵੀ ਬਹੁਤ ਸੀਗੇ ਵੀ ਬੇਟਾ ਇਸ ਤਰ੍ਹਾਂ ਕਰੋ ਚੇਂਜਿੰਗ ਕਰੋ ਸ਼ਰਟ ਵਾਸਤੇ ਹੋਰ ਲਈ ਪਰ ਸਰ ਦਾ ਪ੍ਰਭਾਵ ਕੁਝ ਅਜਿਹਾ ਰਿਹਾ ਵਿਦਿਆਰਥੀਆਂ ਤੇ ਵੀ ਬੱਚੇ ਇਹਨਾਂ ਦੀ ਗੱਲ ਨੂੰ ਬਹੁਤ ਜਲਦੀ ਫੋਲੋ ਕਰਨ ਲੱਗੇ Good afternoon to all of you. Here I am giving some wishes to my grandfather on his retirement. Dear grandfather, may your retirement be filled with lots of joy and happiness. As you go into the next phase of your life, may you enjoy the very best that life has to offer. Wishing you a fulfilling and fun-filled retirement. Now is the time to start new things and finish the unfinished ones. You can now rest peacefully after the untiring efforts and selfless service. Enjoy the freedom that retirement brings to the fullest. You can now wake up when you want, visit the places you have longed for, make your own schedules without any restriction. That's the freedom that retirement brings. Happy retirement, Datuji. I love you a lot, Datuji. बहुत ही बढ़िया बहुत स्वीट स्पीच बोली है वेरी नाइस कूड़ा सिंह जी जो कैरियर के बारे दस रहे थे उन्होंने वर्णन किया भी इन्होंने ब्रदर तविंदर सिंह जी जो कि पंजाबी मास्टर के तौर पर हरियाणा सेवा निभा रहे हैं असी उन्होंने भी बेनती करांगे भी वो भी अपने शुभ विचार साडे नाल सांझे करन ते सानू कुछ गल्लां सीखण नूं मिलन तविंदर सिंह मान दे सत्कारयोग साथियों मेरे पास आज वो शब्द नहीं हैं मैं की शब्द यूज करता है भी जो अज तुसी सानू ये प्यार ते सत्कार दिता है मैं तुहाडा दिलों बहुत बहुत ऋणी है ब्रदर है ये मेरे तो बड़े ने मैंने तो छोटा है साडा बचपन कट्ठे खेडना कट्ठे पढ़ना असी रात भी गल्लां करदे सी क्योंकि पुराना समा सी मैं इन्हां तो छोटा सी पर लेकिन स्कूल दे विच जदों मेरी सिस्टर ते मेरे ब्रदर जांदे सी ते मैं छोटे ने रोना मैं भी स्कूल जाना जो समा भी यह जा सी ते पिताजी ने मेरे ख्याल भी 1.5 साल की उम्र इन्होंने नाल ही लिखाती ते मैं नाल ही इन्होंने स्कूल जाना हमेशा साडे नाल रहा असी अपने माँ बाप के बड़े ऋणी हैं जिन्हों ने बहुत ही स्ट्रगल करी साडे वास्ते कुर्बान असी इन्हां दे भी बहुत ऋणी हैं जिन्हों ने सानू इस मुकाम के उत्ते पहुंचाया मैं हरियाणे दे विच एज ए पंजाबी मास्टर डिस्ट्रिक्ट रोहतक ते मैं सर्व कर्मचारी संघ का प्रधान जिला रोहतक ते एक साडा ग्रुप बनया उत्थे पंजाबी अध्यापक भाषा कल्याण सोसाइटी जो कि आल हरियाणे दे विच काम कर रही है पंजाबी नूं बचाउण वास्ते साडियां कोशिशां ओहदा भी मैं मीत प्रधान स्टेट का रहा ते लगातार मैं अज तो मैं 22 साल हो गई मैं लगातार डिस्ट्रिक्ट रोहतक का प्रधान मैनू सर्वसम्मति नाल मेरे साथी बना रहे मैनू बड़ा फकर महसूस होता है अज जिहड़ा तुसीं सानू प्यार दिता ते मैं इहदे वास्ते तुहाडा फिर दुबारे बहुत बहुत धन्नवाद है ते मैं एक छोटी जी मेरी रिक्वेस्ट है भी इस प्रोग्राम नूं समाप्त करने तो बाद असी भी छोटा जिहा प्रोग्राम साडे घर है मैं हाथ जोड़ के सारे साथियों को बेनती करते हैं भी उत्थे भी चलना है ते उस तो बाद 15 तरीक नूं श्री अखंड पाठ साहब
ਆਰੰਭ ਕਰਨੇ ਨੇ ਤੇ 17 ਤਰੀਕ ਨੂੰ ਉਹਨਾਂ ਦਾ ਭੋਗ ਹੈ ਤੇ ਮੈਂ ਸਾਰੇ ਸਟਾਫ ਨੂੰ ਹੱਥ ਜੋੜ ਕੇ ਆਉਣ ਦੀ ਬੇਨਤੀ ਕਰਦਾ। ਇਹਦੇ ਨਾਲ ਹੀ ਮੈਂ ਫਿਰ ਦੁਬਾਰੇ ਸਾਰੇ ਸਟਾਫ ਦਾ, ਸਾਡੇ ਪ੍ਰਿੰਸੀਪਲ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ। ਸਰ ਜੀ ਉੱਥੇ ਸੇਵਾ ਨਿਭਾਉਣ ਦੇ ਨਾਲ ਨਾਲ ਜਥੇਬੰਦੀਆਂ ਨਾਲ ਜੁੜੇ ਹੋਏ ਨੇ। ਇਹ ਬਹੁਤ ਹੀ ਮਾਣ ਦੀ ਗੱਲ ਹੁੰਦੀ ਹੈ ਵੀ ਆਪਾਂ ਕਿਸੇ ਜਥੇਬੰਦੀ ਨਾਲ ਵੀ ਕੰਮ ਕਰਦੇ ਹਾਂ। ਇਸੇ ਦੇ ਵਿੱਚ ਮੈਂ ਪ੍ਰੀਤਮ ਸਿੰਘ ਜੀ ਨੂੰ ਬੇਨਤੀ ਕਰੂੰਗਾ ਵੀ ਆਪਦੇ 2 ਸ਼ਬਦ ਸਾਡੇ ਨਾਲ ਸਾਂਝੇ ਕਰਨ। ਪ੍ਰੀਤਮ ਸਿੰਘ ਜੀ। ਬਹੁਤ ਹੀ ਸਤਿਕਾਰਯੋਗ ਮਾਤਾ ਜੀ, ਪਿਤਾ ਜੀ, ਇਹਨਾਂ ਦੇ ਹੀਰੇ ਸਪੁੱਤਰ ਗੁਰਦੀਪ ਸਿੰਘ ਜੀ ਧਨੋਆ, ਉਹਨਾਂ ਦੀ ਧਰਮ ਪਤਨੀ ਮੈਡਮ ਰਣਜੀਤ ਕੌਰ ਜੀ, ਉਹਨਾਂ ਦੇ ਬ੍ਰਦਰ ਅਧਿਆਪਕ ਦਲ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਮਾਨ, ਪ੍ਰਿੰਸੀਪਲ ਸਾਹਿਬ, ਅਧਿਆਪਕ ਦੋਸਤੋ ਤੇ ਭੈਣੋ, ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਾਂ ਮੇਰੇ ਛੋਟੇ ਵੀਰ ਗੁਰਦੀਪ ਸਿੰਘ ਧਨੋਆ ਜੀ ਦੀ ਰਿਟਾਇਰਮੈਂਟ ਪਾਰਟੀ ਤੇ ਪਹੁੰਚੇ ਹੈ। ਮੇਰਾ ਇਹਨਾਂ ਨਾਲ ਵਾਹ ਵਾਸਤਾ 1981 ਦਾ ਹੈ। ਅਸੀਂ ਇਕੱਠਿਆਂ ਨੇ ਜੁਆਇਨ ਕੀਤਾ ਸੀ ਹਰਿਆਣੇ ਦੇ ਵਿੱਚ। ਮੈਂ ਬਲਿਆਲਾ ਪਿੰਡ ਜੁਆਇਨ ਕੀਤਾ ਸੀ, ਇਹਨਾਂ ਨੇ ਐਰਮਾ ਕੀਤਾ ਸੀ ਤੇ ਪੰਜਾਬ ਦੇ ਵਿੱਚ ਵੀ ਅਸੀਂ ਇੱਕੋ ਦਿਨ ਆਏ ਹਾਂ। ਗੁਰਚਰਨ ਸਿੰਘ ਮਾਨ ਅਸੀਂ ਇਕੱਠੇ ਆਏ ਹਾਂ। ਸਾਡਾ ਸਾਥ ਉਦੋਂ ਦਾ ਪਰਿਵਾਰਕ ਸੰਬੰਧਾਂ ਦੀ ਤਰ੍ਹਾਂ ਉਸ ਤੋਂ ਵੀ ਗੂੜਾ। ਬਹੁਤ ਵਧੀਆ ਇਨਸਾਨ ਨੇ। ਗੁਰਚਰਨ ਮਾਨ ਨੇ ਗੱਲ ਕੀਤੀ ਸੀ ਵੀ ਜਥੇਬੰਦੀ ਦੀ ਕੋਈ ਵੀ ਕਾਲ ਆਉਂਦੀ, ਸਭ ਤੋਂ ਪਹਿਲਾਂ ਸਾਡਾ ਸਾਰਿਆਂ ਦਾ ਇਹ ਹੁੰਦਾ ਸੀ ਵੀ ਅਸੀਂ ਤਾਂ ਜਾਵਾਂਗੇ ਜੇ ਧਨੋਆ ਜਾਊਗਾ। ਤੇ ਜਲੰਧਰ ਜਾਣਾ ਤਾਂ ਧਨੋਆ ਸਾਹਿਬ ਦੀ ਫਰਮਾਇਸ਼ ਪਹਿਲਾਂ ਕਰਦੇ, ਕਿਉਂਕਿ ਅਸੀਂ ਇਹਨਾਂ ਤੋਂ ਆਉਂਦੇ ਗੀਤ ਸੁਣਨੇ ਹੁੰਦੇ। ਉਸ ਤੋਂ ਬਿਨਾਂ ਬਿੱਟੂ ਜੀ ਬੈਠੇ ਹੈ। ਅਸੀਂ ਪ੍ਰਾਇਮਰੀ ਖੇਡਾਂ ਦੇ ਵਿੱਚ ਸਟੇਟ ਪੱਧਰ ਤੱਕ ਜਾਂਦੇ ਰਹੇ ਹਾਂ। ਧਨੋਆ ਜੀ ਸਾਡੇ ਨਾਲ ਹੁੰਦੇ, ਬਿੱਟੂ ਜੀ ਹੁੰਦੇ। ਉੱਥੇ ਵੀ ਅਸੀਂ ਮਾਨਸਾ ਜ਼ਿਲ੍ਹੇ ਨੇ ਬਹੁਤ ਮੱਲਾਂ ਮਾਰੀਆਂ ਖੇਡਾਂ ਦੇ ਖੇਤਰ ਦੇ ਵਿੱਚ। ਬੜਾ ਮਾਣ ਆਉਂਦਾ ਹੈ, ਖਾਸ ਕਰਕੇ ਬੜਲਾਡਾ ਇਲਾਕਾ। ਆਪਾਂ ਨੂੰ ਪਚੜਾ ਕਹਿੰਦੇ ਆ, ਪਰ ਮੈਂ ਇਹ ਕਹਿਣਾ ਹੁੰਦਾ ਵੀ ਬੜਲਾਡੇ ਦਾ ਇਲਾਕਾ ਜਿਹੜਾ ਸਾਰੇ ਆਪਣੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਐਜੂਕੇਸ਼ਨ ਪੱਖੋਂ। ਪਤਾ ਨਹੀਂ ਇੱਥੋਂ ਦਾ ਪਾਣੀ ਇਸ ਤਰ੍ਹਾਂ ਦਾ ਜਾਂ ਕੁਛ ਵੀ ਹੈ, ਕਿਉਂਕਿ ਮੇਰਾ ਪਿੰਡ ਤੁਹਾਨੂੰ ਥੋੜਾ ਜਿਹਾ ਦੂਰ ਹੈ, ਭਿੱਖੀ ਤੋਂ ਅੱਗੇ ਹੈ, ਪਰ ਇਸ ਇਲਾਕੇ ਨਾਲ ਮੇਰੇ ਸੰਬੰਧ ਹੈ। ਤੁਹਾਡੇ ਨੇੜੇ ਟਾਲੀਆਂ ਪਿੰਡ ਹੈ, ਮੇਰੇ ਮਾਮਾ ਜੀ ਦੇ ਲੜਕੇ ਬੈਠੇ ਸਤਿਕਾਰਦਾਰ ਸਿੰਘ ਜੀ, ਇਹਨਾਂ ਦੇ ਘਰ ਮੇਰੇ ਨਾਨਕੇ ਹੈ। ਤਾਂ ਮੈਨੂੰ ਇਹ ਵੀ ਫਕਰ ਆਉਂਦਾ ਵੀ ਇਸ ਇਲਾਕੇ ਦੀ ਕੋਈ ਆਬੋ ਹਵਾ ਇਸ ਤਰ੍ਹਾਂ ਦੀ ਹੈ ਵੀ ਇੱਥੋਂ ਬਹੁਤ ਵਧੀਆ ਇਨਸਾਨ ਨਿਕਲੇ ਨੇ ਸਿਆਸਤ ਦੇ ਖੇਤਰ ਦੇ ਵਿੱਚ, ਐਜੂਕੇਸ਼ਨ ਦੇ ਖੇਤਰ ਦੇ ਵਿੱਚ, ਹੋਰ ਡਿਪਾਰਟਮੈਂਟ ਦੇ ਵਿੱਚ। ਹਾਂ, ਮੈਨੂੰ ਹੁਕਮ ਹੋਇਆ ਸੀ ਵੀ ਗੀਤ ਦਾ ਮੈਂ ਲਿਖਦਾ ਤਾਂ ਹੁੰਦਾ, ਪਰ ਗਾਉਣ ਦਾ ਮੇਰਾ ਇੰਨਾ ਤਜਰਬਾ ਨਹੀਂ। ਕੋਸ਼ਿਸ਼ ਕਰੂੰਗਾ ਤੁਹਾਨੂੰ ਗੀਤ ਵਧੀਆ ਲੱਗੂ। ਮੈਂ ਜ਼ਿਆਦਾ ਗੀਤ ਲਿਖਦਾ ਹੁੰਦਾ ਸਮਾਜਿਕ। ਹੁਣ ਤੁਹਾਨੂੰ ਇੱਕ ਗੀਤ ਬਿੱਟੂ ਜੀ ਨੇ ਕਿਹਾ ਸੀ 5 ਪੱਪੇ ਵਾਲਾ 3 ਪੱਪੇ ਵਾਲਾ, ਉਹੀ ਗੀਤ ਸੁਣਾਊਂਗਾ। ਉਹ ਗੀਤ ਵੀ ਮੈਂ ਜਦੋਂ ਬੜਲਾਡਾ ਬਲਾਕ ਦੇ ਵਿੱਚ ਹੁੰਦਾ ਸੀ, ਪਹਿਲਾਂ ਗੰਢੂ ਕਲਾਂ, ਮੇਰੇ ਅੱਜ ਵੀ ਯਾਦ ਆ, ਮੈਂ ਤੇ ਗਰਚਾਸ ਉੱਤੇ ਹੁੰਦੇ ਸੀ, ਉਦੋਂ ਲਿਖਿਆ ਸੀ। ਕਾਫੀ ਪੁਰਾਣਾ ਗੀਤ ਹੈ। ਹਾਂਜੀ, ਇਜਾਜ਼ਤ ਹੈ ਜੀ? ਠੀਕ ਹੈ। ਸਾਰਾ ਜੱਗ ਮੈਨੂੰ ਕਹਿੰਦਾ ਲੋਕੋ ਜਾਣੀ ਜੱਗ ਦੀ, ਇਹ ਗੱਲ ਤਾਂ ਲੋਕੋ ਵੇ ਮੈਨੂੰ ਝੂਠੀ ਲੱਗਦੀ। ਜੁੱਤੀ ਪੈਰ ਦੀ ਬਣਾਇਆ ਮੈਨੂੰ ਬਹੁਤ ਸਤਾਇਆ। ਉਹ ਕਿਹੜੀ ਐ ਮੁਸੀਬਤ ਜਿਹੜੀ ਮੈਂ ਨਹੀਂ ਸਹੀ। 3 ਪੱਪਿਆਂ ਦੇ ਵਿੱਚ ਵੇ ਮੈਂ ਪਿਸਦੀ ਰਹੀ। 3 ਪੱਪਿਆਂ ਦੇ ਵਿੱਚ ਵੇ ਮੈਂ ਪਿਸਦੀ ਰਹੀ। ਪਹਿਲਾ ਪੱਪਾ ਪਿਤਾ ਘਰ ਜਦੋਂ ਜਨਮ ਲਿਆ, ਮੇਰੇ ਜੰਮਦਿਆਂ ਹੀ ਘਰ ਵਿੱਚ ਸੋਗ ਜਿਹਾ ਪਿਆ। ਮੇਰੇ ਜੰਮਦਿਆਂ ਹੀ ਘਰ ਵਿੱਚ ਸੋਗ ਜਿਹਾ ਪਿਆ। ਰੋਲੇ ਗੁੱਡੀਆਂ ਪਟੋਲੇ ਰੋਮਾ ਬਹਿ ਕੇ ਮੈਂ ਤਾਂ ਓਲੇ। ਲਿਖੀ ਡਾਡਿਆ ਤੂੰ ਮੇਰੀ ਵੇ ਤਕਦੀਰ ਕਿਹੋ ਜਹੀ। 3 ਪੱਪਿਆਂ ਦੇ ਵਿੱਚ ਵੇ ਮੈਂ ਕਿਸਦੀ ਰਹੀ। 3 ਪੱਪਾ ਪਤੀ ਮੇਰਾ ਨਿਤ ਜ਼ੁਲਮ ਕਮਾਵੇ। ਕੁਝ ਸਕਦੀ ਨ ਕਹਿ ਨਿਤ ਦਾਰੂ ਪੀ ਕੇ ਆਵੇ।
मेरे घर दी तू बोली जे तू बद घट बोली गाटा वख द्यों कर पई खूंजे च कही तिन पप्पियां दे विच बे मैं पिसदी रही तिन पप्पियां दे विच बे मैं पिसदी रही तीजा पप्पा पुत मेरा जीदा हो गया ब्याह तीजा पप्पा पुत मेरा जीदा हो गया ब्याह नू आई मेरे घर मैनू गोडे गोडे चा सारा करा कम कार मिले फिर ना प्यार सारा करा कम कार मिले फिर ना प्यार माता बख सानू कर तैनू अकल नहीं तिन पप्पियां दे विच बे मैं पिसदी रही तिन पप्पियां दे विच बे मैं पिसदी रही बोल गुरुआ जो कहे लोको पल्ले बन लो बोल गुरुआ जो कहे लोको पल्ले बन लो अर्ज प्रीतम न माने दीवी तुसी मन लो औरत है नी लोको की मां पत्नी ते थी औरत है नी लोको की मां पत्नी ते थी उड़थड़ी बालड़े ने गल सचो सच है कही तिन पप्पियां दे विच बे मैं पिसदी रही तिन पप्पियां दे विच बे मैं पिसदी ਵਧੀਆ ਵਰਣਨ ਸਰ ਨੇ ਜੋ ਇੱਕ ਔਰਤ ਦੀ ਜ਼ਿੰਦਗੀ ਦਾ ਕੀਤਾ ਮੈਂ ਕਹਿੰਦਾ ਸਾਰਾ ਗਾਗਰ ਸੀ ਜਿਵੇਂ ਡੀਪੀ ਸਾਹਿਬ ਨੇ ਗੱਲ ਪਹਿਲਾਂ ਹੀ ਸ਼ੁਰੂ ਕੀਤੀ ਸੀ ਵਾਕਈ ਜ਼ਬਰਦਸਤ ਮੈਂ ਹੁਣ ਅੰਕਲ ਜੀ ਨੂੰ ਬੇਨਤੀ ਕਰੂੰਗਾ ਵੀ ਸਾਨੂੰ ਕੋਈ ਸ਼ੁਭ ਵਿਚਾਰ ਦੱਸੋ ਤੁਸੀਂ ਆਏ ਹੋ ਸਾਨੂੰ ਪਹਿਲੀ ਵਾਰ ਸੁਣਨ ਦਾ ਮੌਕਾ ਮਿਲੂਗਾ ਜੀ ਅੰਕਿਤ ਸਾਰਾ ਪ੍ਰਿੰਸੀਪਲ ਸਾਹਿਬ ਤੇ ਵਿਦਿਆਰਥੀਓ ਸਾਥੀਓ ਬੱਚਿਓ ਮੈਨੂੰ ਬਹੁਤ ਖੁਸ਼ੀ ਹੋਈ ਬੜਾ ਮਨ ਨੂੰ ਚਾਅ ਹੋਇਆ ਬੜਾ ਹੌਸਲਾ ਵਧਿਆ ਉੱਥੋਂ ਮੇਰੇ ਲੜਕੇ ਦੇ ਬਾਰੇ ਸਿਫਤਾਂ ਸੁਣ ਕੇ ਮੈਨੂੰ ਸ਼ਾਇਦ ਇੰਨਾ ਪਤਾ ਵੀ ਕੀ ਨਹੀਂ ਹੋਣਾ ਮੇਰੇ ਬੱਚੇ 'ਚ ਪਰ ਤੁਹਾਡੇ ਤੋਂ ਸੁਣ ਕੇ ਮੈਨੂੰ ਬਹੁਤ ਮੇਰਾ ਮਾਣ ਹੋਇਆ ਬੜਾ ਮੇਰਾ ਸਿਰ ਚਾਅ ਹੋਇਆ ਮੈਂ ਪਰਮਾਤਮਾ ਅੱਗੇ ਹੀ ਅਰਦਾਸ ਕਰੂੰਗਾ ਕਿ ਤੁਹਾਡੇ ਵੀ ਬੱਚੇ ਔਰ ਤੁਸੀਂ ਵੀ ਆਪਣੇ ਮਾਂ ਪਿਓ ਦੇ ਇਹਦੇ ਸਤਿਕਾਰਯੋਗ ਸਿਆਣੇ ਸਮਝਦਾਰ ਜੋ ਕਿ ਦੇਸ਼ ਨੂੰ ਤਰੱਕੀ ਆਪਣੇ ਮਾਂ ਬਾਪ ਦੀ ਤਰੱਕੀ ਔਰ ਆਪਣੇ ਜਿੱਥੇ ਡਿਊਟੀ ਨਿਭਾਉਣੀ ਹੋ ਉਸ ਸਕੂਲ ਦੀ ਤਰੱਕੀ ਬੱਚਿਆਂ ਦੀ ਤਰੱਕੀ ਤੁਸੀਂ ਵਧੀਆ ਆਓ ਪਰਮਾਤਮਾ ਅੱਗੇ ਅਰਦਾਸ ਕਰਦਾ ਵਧੀਆ ਆਪਣੀ ਜ਼ਿੰਦਗੀ ਜਿਉ ਕੇ ਇਸੇ ਤਰ੍ਹਾਂ ਤੁਸੀਂ ਕਾਇਰ ਰਹੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਇਹਦਾ ਤੁਸੀਂ ਸਾਡਾ ਮਾਣ ਵਧਾਇਆ ਕਹਿੰਦਾ ਇਹਦਾ ਸਵਾਗਤ ਕੀਤਾ ਮਨ ਨੂੰ ਬੜੀ ਖੁਸ਼ੀ ਹੋਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਧੰਨਵਾਦ ਦੇ ਨਾਲ ਨਾਲ ਮੈਂ ਇਹ ਦੱਸਣਾ ਚਾਹੁੰਦਾ ਕਿ ਮੈਂ ਵੀ ਸਰਵਿਸ ਕਰਦਾ ਸੀ ਮੇਰੀ 80 ਸਾਲ ਦੀ ਉਮਰ ਹੋ ਗਈ ਹੈ ਮੈਂ 98 ਚ ਰਿਟਾਇਰ ਹੋਇਆ ਸੀ 21 ਸਾਲ ਦੇ ਕਰੀਬ ਹੋ ਗਏ ਮੈਨੂੰ ਰਿਟਾਇਰ ਹੋਏ ਨੂੰ ਔਰ ਮੈਂ ਆਪਣੀ ਜ਼ਿੰਦਗੀ 'ਚ ਬੜੀ ਇਮਾਨਦਾਰੀ ਨਾਲ ਸੇਵਾ ਕੀਤੀ ਗਵਰਨਮੈਂਟ ਵਰਕ ਸੀ ਔਰ ਆਪਣੀ ਜ਼ਿੰਦਗੀ 'ਚ ਕਿਸੇ ਨੂੰ ਮਾੜਾ ਚੰਗਾ ਨਹੀਂ ਕਿਹਾ ਕਿਸੇ ਨੂੰ ਧਰਮ ਨਹੀਂ ਗਿਆ ਕਿਸੇ ਨਾਲ ਧੋਖਾ ਨਹੀਂ ਕੀਤਾ ਮੇਰਾ ਇਹੀ ਹੁਣ ਵੀ ਇਹੀ ਸਾਰਿਆਂ ਨੂੰ ਆਪ ਮੇਰੇ ਬੱਚਿਆਂ ਦੇ ਸਮਾਨ ਹੋ ਧੀਆਂ ਦੇ ਸਮਾਨ ਹੋ ਮੈਂ ਇਹੀ ਆਪ ਸਾਰਿਆਂ ਨੂੰ ਇਹੀ ਦੱਸਾਂਗਾ ਇਹੀ ਕਹਾਂਗਾ ਇਹ ਬੇਨਤੀ ਕਰਾਂਗਾ ਵੀ ਤੁਸੀਂ ਵੀ ਆਪਦੀ ਇਮਾਨਦਾਰੀ ਨਾਲ ਸੱਚੇ ਦਿਲ ਨਾਲ ਤੇ ਜਿਹੜੀ ਆਪਣੀ ਸੇਵਾ ਕਰਿਓ ਇਮਾਨਦਾਰੀ ਨਾਲ ਕਰਿਓ ਤਾਂ ਕਿ ਤੁਹਾਡਾ ਨਾਮ ਤੁਹਾਡਾ ਪਰਮਾਤਮਾ ਅੱਗੇ ਵੀ ਤੁਹਾਡਾ ਨਾਮ ਉੱਚਾ ਹੋਵੇ ਇਹਦਾ ਵੀ ਕਹਿੰਦਾ ਮੈਂ ਆਪ ਜੀ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਅੰਕਲ ਜੀ ਦਾ ਆਸ਼ੀਰਵਾਦ ਸਾਨੂੰ ਮਿਲਿਆ ਹੁਣ ਮੈਂ ਵਿੱਚ ਦੀ ਭੁੱਲ ਗਿਆ ਮੈਨੂੰ ਵੀਰ ਜੀ ਨੇ ਕਿਹਾ ਸੀ ਮੈਂ ਬਾਅਦ ਚ ਦੱਸੂਗਾ ਵੀ ਮੈਂ 2 ਸ਼ਬਦ ਬੋਲਣੇ ਕਿ ਨਹੀਂ ਬੋਲੋਗੇ ਵੀਰ ਜੀ ਤੁਸੀਂ ਆਓਗੇ ਸਟੇਜ ਤੇ ਆ ਜਾਓ ਜੀ ਆ ਜਾਓ ਬੁਲਾਈ ਰਹੇ ਆ ਜੀ ਆਪਾਂ ਇਹਨਾਂ ਨੂੰ ਇਹਦਾ ਰਸਤਾ ਹੈ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ
ਮੈਂ ਕੋਈ ਪਹਿਲਾਂ ਤਾਂ ਪ੍ਰਪੇਅਰ ਕੀਤਾ ਨਹੀਂ ਸੀਗਾ ਵੀ ਹਾਂ ਕਿ ਮੈਂ ਵੀ ਸਪੀਚ ਦੇਵਾਂਗਾ, ਚਲੋ ਪਰ ਸਾਰਿਆਂ ਦੇ ਮੂੰਹੋਂ ਸੁਣ ਕੇ ਆਪਣੇ ਡੈਡ ਬਾਰੇ, ਠੀਕ ਹੈ, ਹੁਣ ਮੈਂ ਡੈਡੀ ਤੋਂ ਸਕੂਲ ਦੇ ਵਿੱਚ ਤਾਂ ਪੜ੍ਹਿਆ ਨਹੀਂ ਹੈਗਾ, ਪਰ ਮੈਨੂੰ ਇੱਥੇ ਸੁਣ ਕੇ ਕੁਝ ਹੋਰ ਮੁੰਡਿਆਂ ਦੇ ਮੂੰਹੋਂ ਸੁਣ ਕੇ ਵੀ ਮੈਂ ਤੇਰੇ ਫਾਦਰ ਸਾਹਿਬ ਤੋਂ ਪੜ੍ਹਿਆ ਹੋਇਆ, ਕੋਈ ਪੁਲਿਸ ਦੇ ਵਿੱਚ ਆ, ਕੋਈ ਆਰਮੀ ਦੇ ਵਿੱਚ ਆ, ਕੋਈ ਸ਼ੇਅਰ ਮਾਰਕੀਟ ਦਾ ਕੰਮ ਕਰ ਰਿਹਾ, ਕੋਈ ਚੰਡੀਗੜ੍ਹ ਰਹਿੰਦਾ, ਉਹਨਾਂ ਸਭ ਨੇ ਇਹ ਦੱਸਿਆ ਕਿ ਤੇਰੇ ਡੈਡ ਦਾ ਨੇਚਰ ਬਹੁਤ ਹੀ ਵਧੀਆ ਤੇ ਉਹਨਾਂ ਦੀ ਬਦੌਲਤ ਹੀ ਅਸੀਂ ਇੱਥੇ ਪਹੁੰਚ ਗਏ। ਮੈਂ ਤਾਂ ਉਹਨਾਂ ਦਾ ਇੱਕ ਫਾਦਰ ਦਾ ਰੂਪ ਦੱਸ ਸਕਦਾ ਤੇ ਮੈਨੂੰ ਨਹੀਂ ਲੱਗਦਾ ਕਿ ਜਿੰਨੀ ਸਪੋਰਟ ਮੇਰੇ ਫਾਦਰ ਮੈਨੂੰ ਕਰਦੇ ਆ ਕੋਈ ਵੀ ਹੋਰ ਫਾਦਰ ਇਸ ਦੁਨੀਆ ਦੇ ਇਸ ਪਲੈਨਟ ਤੇ ਕੋਈ ਵੀ ਕਰ ਸਕਦਾ। ਤੇ ਹਾਂਜੀ ਹਾਂਜੀ ਕੋਈ ਗੱਲ ਨਹੀਂ, ਥੋੜਾ ਇਮੋਸ਼ਨਲ ਹੋ ਜਾਂਦਾ ਜੀ। ਹਾਂਜੀ ਕਈ ਹੈ ਜੀ ਬਸ ਆਪ ਦਾ ਥੈਂਕ ਯੂ ਕਰੂੰਗਾ ਜੀ, ਇਹਨਾਂ ਮਾਨ ਸਤਿਕਾਰ ਦਿੱਤਾ। ਇਮੋਸ਼ਨ ਵੀ ਬਹੁਤ ਕੁਝ ਕਹਿ ਗਏ ਨਾ, ਇਮੋਸ਼ਨ ਵੀ ਬਹੁਤ ਕੁਝ ਕਹਿ ਗਏ। ਨਹੀਂ ਲੱਗਦਾ ਇੱਥੇ ਕੁਝ ਨਹੀਂ ਸੀਗਾ ਵੀ ਚਲੋ ਬੋਲ ਦਿਆਂਗੇ ਖੜ ਕੇ ਇੱਥੇ, ਪਰ ਇੱਥੇ ਖੜ ਕੇ ਥੋੜਾ ਜਿਹਾ ਠੀਕ ਹੈ ਡੈਡੀ ਬਾਰੇ ਸੋਚ ਕੇ ਥੋੜਾ ਜਿਹਾ ਇਮੋਸ਼ਨਲ ਹੁੰਦਾ। ਐਂਡ ਆਈ ਵਿਲ ਸੇ ਕਿ ਮੈਂ ਵੀ ਇੱਕ ਦਿਨ ਇਹਨਾਂ ਨੂੰ ਬਹੁਤ ਪ੍ਰਾਊਡ ਫੀਲ ਕਰਾਵਾਂਗਾ। ਚਲੋ ਧੰਨਵਾਦ ਜੀ। ਸਾਡੀ ਇਮਾਨਦਾਰੀ ਨਾਲ ਕੰਮ ਕੀਤਾ, ਪਰਮਾਤਮਾ ਨੇ ਉਹਨਾਂ ਨੂੰ 2 ਦਾਤਾਂ ਬਖਸ਼ੀਆਂ ਜੋ ਇਹਨਾਂ ਨੂੰ ਅੱਜ ਇੰਨਾ ਮਾਣ ਕਰਵਾਇਆ। ਇਸੇ ਤਰ੍ਹਾਂ ਜਦੋਂ ਸਾਡੇ ਸਰ ਇੰਨੀ ਇਮਾਨਦਾਰੀ ਨਾਲ ਆਪਣੀ ਜੌਬ ਨਿਭਾ ਕੇ ਗਏ ਨੇ ਤਾਂ ਤੁਹਾਨੂੰ ਵੀ ਪਰਮਾਤਮਾ ਇਸੇ ਤਰ੍ਹਾਂ ਹੀ ਬਹੁਤ ਵਧੀਆ ਸੇਵਾ ਨਿਭਾਉਣ ਦੇ ਲਈ ਮਨੁੱਖਤਾ ਦੇ ਵਿੱਚ ਮੌਕਾ ਦੇਣਗੇ। ਮੈਡਮ ਬੋਲੋਗੇ, ਤੁਸੀਂ ਆਓਗੇ 2 ਸ਼ਬਦ? ਆਂਟੀ ਜੀ ਤੁਸੀਂ ਜੀ ਆ ਜਾਂਦੇ ਜੀ, ਬਹੁਤ ਟਾਈਮ ਹੋ ਗਿਆ ਤੁਹਾਡੀ ਗੱਲਾਂ ਸੁਣੇ ਜੀ, ਤਕਰੀਬਨ ਮੇਰਾ 18 ਸਾਲ ਹੀ ਹੋ ਗਏ। ਮੈਡਮ ਆਂਦੇ ਸੀ ਡਰ ਦਿੰਦੇ ਜੀ, ਉਹ ਤਾਂ ਅਸੀਂ ਡਰਦੇ ਡਰਦੇ ਸੁਣਦੇ ਹੋਏ ਤੁਹਾਡੀਆਂ ਗੱਲਾਂ। ਬੈਠ ਕੇ ਬੋਲਦੇ ਜੀ, ਕੋਈ ਗੱਲ ਨਹੀਂ ਆਪਾਂ ਤੁਹਾਨੂੰ ਆਦਾ ਤੂੰ ਮੈਡਮ ਦੇ ਸਿਫਤਾਂ ਸੁਣ ਲਾਂਗੇ ਜੀ। ਸਾਹਮਣੇ ਕੀ ਹੈਗਾ ਉਹ ਮੈਨੂੰ ਫਿਰ ਉੱਠਣਾ ਪੈਗਾ ਵਿੱਚੋਂ ਦੇਖਣਾ। ਨਰਿੰਦਰਪੁਰ ਨੂੰ ਮੈਂ ਪੜ੍ਹਦਾ ਰਹਿਣਾਗਾ। ਨਰਿੰਦਰਪੁਰ ਕਹਿੰਦਾ ਵੀ ਤੁਸੀਂ ਉਦੋਂ ਤੱਕ ਬਾਅਦ ਜਿੰਨਾ ਮਰਜ਼ੀ ਨਾ ਕਰ ਦੋ, ਤੁਸੀਂ ਜਿੰਨਾ ਮਰਜ਼ੀ ਲੋਕ ਕਹੀ ਜਾਣ ਮਾਰ ਦਾ ਬੜੀ ਪੀੜਾ ਬਾਦਾ ਦਾ ਕਾ ਜਿੰਨਾ ਜੇ ਤੁਹਾਡੀ ਘਰ ਦੀ ਕਹਿੰਦੀ ਬਹੁਤ ਵਧੀਆ ਗਈ ਠੀਕ ਹੈ ਨਾ। ਉਹ ਜਿੰਨਾ ਜੇ ਤੁਹਾਡੀ ਧਰਮ ਬਦਲੀ ਨਹੀਂ ਕਹਿੰਦੀ ਤੇ ਉਹਨਾਂ ਨੇ ਹਮੇਸ਼ਾ ਹੀ ਲਾਂਭੇ ਜਿਹੜੇ ਹੁੰਦੇ ਨੇ। ਤੇ ਮੈਂ ਪਰ ਮੈਡਮ ਨੂੰ ਬੇਨਤੀ ਕਰੂੰਗਾ ਵੀ 2 ਮਿੰਟ ਆ ਕੇ ਉਹਨੇ ਕਹਿ ਦਿਓ ਜੀ ਵੀ ਬਹੁਤ ਆ ਤਾਂ ਜੋ ਸਾਨੂੰ ਵੀ ਪ੍ਰਾਊਡ ਫੀਲ ਹੋਵੇ ਵੀ ਵਾਕਈ ਮੈਂ ਹੈਗਾ ਵਧੀਆ। ਸਟੇਜ ਦੀ ਕਾਰਵਾਈ ਬੰਦ ਕਰ ਲਓ ਜੀ, ਮੈਡਮ ਨਹੀਂ ਬੋਲਦੇ ਅੱਗੇ ਬਾਕੀ ਜਿਹੜੇ ਵੀ ਵਧੀਆ ਪ੍ਰੋਮਿਸ ਕੀਤਾ ਜੀ ਕਿ ਮੈਂ ਕੋਸ਼ਿਸ਼ ਕਰੂੰਗਾ ਵੀ ਮੇਰੇ ਕਰਕੇ ਮੇਰੇ ਡੈਡੀ ਪ੍ਰਾਊਡ ਫੀਲ ਕਰਨ, ਵੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਬੇਟਾ ਵਧੀਆ ਬੁਲੰਦੀਆਂ ਛੂਏ ਇਹਨਾਂ ਦਾ ਤੇ ਸਾਡਾ ਨਾਮ ਬੇਟੇ ਕਰਕੇ ਹੋਵੇ। ਬੇਟੇ ਨੂੰ ਸਾਡੀ ਇਹੀ ਲੈਸ਼ ਹੈਗੀ ਵੀ ਬੇਟਾ ਜੀ ਪੂਰੀ ਵਧੀਆ ਜਿਹੜੀ ਕਿ ਸਮਾਜ ਦੇ ਵਿੱਚ ਅਜਿਹਾ ਨਾਮ ਪੈਦਾ ਕਰ ਵੀ ਲੋਕ ਤੇਰੇ ਕਰਕੇ ਤੇ ਡੈਡੀ ਨੂੰ ਜਾਣਨ ਵੀ ਧਨੋਆ ਸਾਹਿਬ ਦਾ ਬੇਟਾ ਹੈਗਾ। ਤੇ ਉਸੇ ਤਰ੍ਹਾਂ ਅਸੀਂ ਵੀ ਚਾਹੁੰਦੇ ਹਾਂ ਵੀ ਸਾਡਾ ਬਹੁਤ ਵਧੀਆ ਹੋਵੇ। ਸਾਡੇ ਕੋਲ ਥੋੜਾ ਸਮਝ ਰਹੇ ਨੇ ਪਰ ਤੇ ਸਾਡਾ ਵਧੀਆ ਗੁਣ ਸੀਗਾ ਵੀ ਸਵੇਰ ਹੀ ਜਾਨੀ ਕਿ ਇਹਨਾਂ ਨੇ ਆਉਣਾ ਸਮੇਂ ਤੋਂ ਪਹਿਲਾਂ ਆ ਕੇ ਬਾਹਰ ਗੇਟ ਤੇ ਖੜ ਜਾਣਾ ਵੀ ਕਿਉਂਕਿ ਸਵੇਰ ਸੈਕੰਡਰੀ ਸਕੂਲ ਦੇ ਵੱਡੇ ਬੱਚੇ ਸ਼ਰਾਰਤਾਂ ਕਰਦੇ ਨੇ ਅਕਸਰ ਹੀ, ਇਕੱਠਾ ਕੁੜੀਆਂ ਮੁੰਡਾ ਹੱਜਾ ਸਕੂਲ ਕਰਨਾ। ਇਹਨਾਂ ਨੇ ਵਧੀਆ ਜਾਨੀ ਕਿ ਸਾਨੂੰ ਇਸ ਦਾ ਸਾਥ ਦਿੱਤਾ ਸੀਗਾ ਤੇ ਥੋੜਾ ਸਮਾਂ ਇਹਨਾਂ ਨੇ ਵਿਚਰਨ ਦਾ ਸਾਨੂੰ ਮੌਕਾ ਮਿਲਿਆ ਤੇ ਬਹੁਤ ਵਧੀਆ ਜਾਨੀ ਕਿ ਬੜਾ ਬੱਚੇ ਜਿਵੇਂ ਆਮ ਕਹਿੰਦੇ ਪੜ੍ਹਾਈ ਦਾ ਬੱਚਾ ਜਿੱਥੋਂ ਮਰਜ਼ੀ ਕਰ ਲੂਗਾ ਵੀ ਆਮ ਮੈਥ ਪੜ੍ਹਨਾ, ਸਾਇੰਸ ਪੜ੍ਹਨੀ, ਅੰਗਰੇਜ਼ੀ ਪੜ੍ਹਨੀ ਹੈ, ਇਹ ਕੋਈ ਇਹ ਨਹੀਂ ਹੈਗਾ ਟੀਚਰ ਨੇ ਪੜ੍ਹਾਓ ਘਰੇ ਹੀ ਪੜ੍ਹ ਲੂਗਾ, ਘਰੇ ਸਾਲ ਸਟੱਡੀ ਕਰਕੇ ਪੜ੍ਹ ਲੂਗਾ। ਪਰ ਆ ਬੱਚੇ ਨੂੰ ਨੈਤਿਕ ਸਿੱਖਿਆ ਦਿੱਤੀ ਜਾਵੇ ਉਹਦੇ ਕਹਿੰਦੇ ਅਗਲਾ ਸਾਰਾ ਜਨਮ ਬੇਕਾਰ ਹੋ ਜਾਂਦਾ ਹੈਗਾ। ਤੇ ਸਾਰਾ ਨੈਤਿਕ ਸਿੱਖਿਆ ਸੀ ਜਿਹੜੀ ਮੈਂ ਹਮੇਸ਼ਾ ਸਾਨੂੰ ਦੇਖਦਾ, ਅਸੀਂ ਤਾਂ ਸਾਨੂੰ ਢੱਡਰੀ ਨਾਲ ਸਾਰੀ ਕਹਿ ਦਿੱਤੀ ਵਾਰੀ ਵੀ ਇੰਨੇ ਵਧੀਆ ਵਿਚਾਰ ਆ ਉਹ ਰਣਜੀਤ ਸਿੰਘ ਢੱਡਰੀਆਂ ਦਿੰਦੇ ਸੀ ਬੱਚੇ ਜਿੰਨੇ ਇਹ ਦਿੰਦੇ ਸੀਗੇ। ਗੁਰਬਾਣੀ ਦੇ ਵਿੱਚੋਂ ਟੋਕਾ ਦੱਸ ਕੇ ਹਮੇਸ਼ਾ ਬੱਚਿਆਂ ਨੇ ਯਾਨੀ ਕਿ ਬੜਾ ਪ੍ਰਭਾਵ ਹੋਣਾ ਇਹਨਾਂ ਨੇ ਵੀ ਇਹ ਜਿਹਾ ਕਿਹੜੇ ਸੰਤ ਸੀ ਇਹਨਾਂ ਦੀ ਆਧਾਰ ਨਾਲ ਦਿੰਦੇ ਸਨ। ਅਕਸਰ ਹੀ ਬਹੁਤ ਵਧੀਆ ਕਿ ਮਿੱਠੇ ਸੁਭਾਅ ਨਾਲ ਵਧੀਆ ਵੀ ਮੈਂ ਯਾਨੀ ਕਿ 7-8 ਮਹੀਨੇ ਇਹਨਾਂ ਨੂੰ ਸਾਨੂੰ ਕਦੇ ਗਰਮੋਂ ਤੇ ਨਹੀਂ ਦੇਖਿਆ ਸਕੂਲ ਦੇ ਵਿੱਚ ਕਿਸੇ ਬੱਚੇ ਨਾਲ ਜਾਂ ਹੋਰ ਨਾਲ ਵੀ ਬਹੁਤ ਵਧੀਆ ਯਾਨੀ ਕਿ ਇੰਨਾ ਸੁਭਾਅ ਸੀ। ਸਾਡਾ ਥੋੜਾ ਸਮਾਂ ਵਿਚਰਨ ਦਾ ਮੌਕਾ ਮਿਲੇਗਾ ਤੇ ਅਸੀਂ ਯਾਨੀ ਕਿ
ਹੋਰ ਵੀ ਵਧੀਆ ਕਰਦੇ ਆ। ਪਿਛਲੇ ਸਮੇਂ ਦੌਰਾਨ ਕੋਈ ਛੁੱਟੀਆਂ ਆ ਗਈਆਂ, ਪਹਿਲਾਂ ਕੁਝ ਮੇਰੇ ਮਾਤਾ ਜੀ ਬਿਮਾਰ ਹੋ ਗਏ ਸੀ, ਛੁੱਟੀ ਲੈ ਕੇ ਦੋਨੇ ਜਣੇ ਸੀ ਸਕੂਲ 'ਚ। ਕੁਝ ਬਰੇ ਪਿੰਡ ਦੇ ਵਿੱਚ ਅੱਜ ਕੱਲ੍ਹ ਕਿਸਾਨ ਅੰਦੋਲਨ ਚੱਲਿਆ ਪੂਰੇ ਜੋਰਾਂ ਸ਼ੋਰਾਂ ਨਾਲ, ਤੇ ਬਰੇ ਪਿੰਡ ਦੀ ਇੱਕ ਲੇਡੀ ਸ਼ਹੀਦ ਵੀ ਹੋ ਗਈ ਸੀ ਬੁਲਾਡੇ ਧਰਨੇ ਦੌਰਾਨ। ਤੇ ਬਰੇ ਪਿੰਡ ਦੇ ਜਿਹੜੇ ਕਾਫੀ ਬਹੁਤ ਵਿਅਕਤੀ ਨੇ, ਜਿਹੜੇ ਪੰਚਾਇਤ ਨਗਰ ਕਲੱਬ, ਸਭ ਤੋਂ ਵੱਧ ਸਹੂਲਤ ਬਰੇ ਪਿੰਡ ਦੀ ਹੈ ਸ਼ਾਇਦ ਇਸ ਵਕਤ ਟਿੱਕਰੀ ਬਾਰਡਰ ਦੇ ਉੱਪਰ, ਤੇ ਕਾਫੀ ਲੋਕ ਉੱਥੇ ਗਏ ਹੋਏ ਨੇ। ਇਸ ਕਾਰਨ ਅਸੀਂ ਜਾਨੀ ਕਿ ਸਰ ਕਹਿੰਦੇ ਵੀ ਆਪਾਂ 6000 ਰੱਖਾਂਗੇ ਸਕੂਲ ਦੇ ਵਿੱਚ ਰੱਖਾਂਗੇ, ਤੇ ਸਾਨੂੰ ਉਮੀਦ ਹੈ ਸਾਰਾ ਜਿਵੇਂ ਮਿੱਟਾਂ ਨੂਨ ਦੀ ਗਲੀ ਅਸੀਂ ਮਿਸਰੀ ਬਰੋਬਰ ਜਾਣੀ, ਉਹ ਸਾਨੂੰ ਅਸੀਂ ਤਾਂ ਇਹੀ ਕਹਿਣਾ ਸਾਡੀ ਕੋਈ ਛੋਟੀ ਜਿਹੀ ਨੂੰ ਵਧੀਆ ਜਾਨੀ ਕਿ ਪਿਆਰ ਸਤਿਕਾਰ ਕਬੂਲ ਕਰਨਾ, ਤੇ ਵਧੀਆ ਜਾਨੀ ਕਿ ਸਾਡੇ ਪ੍ਰਿੰਸੀਪਲ ਸਰ ਵੱਲੋਂ ਸਾਰੇ ਸਟਾਫ ਵੱਲੋਂ ਅਸੀਂ ਛੋਟਾ ਜਿਹਾ ਤੁਹਾਨੂੰ ਅੱਜ ਸਨਮਾਨਿਤ ਕਰਨ ਦਾ ਮੌਕਾ ਸਾਨੂੰ ਮਿਲੇਗਾ, ਤੇ ਅਸੀਂ ਭਾਗਾਂ ਵਾਲੇ ਆਂਗੇ। ਅਸੀਂ ਆਪਦੇ ਆਪ ਨੂੰ ਮਾਣ ਮਹਿਸੂਸ ਕਰਦੇ ਆਂਗੇ ਵੀ ਉਹੀ ਸਰੀਰ ਨੂੰ ਸਨਮਾਨ ਕੀਤਾ ਨਹੀਂ ਸਨਮਾਨ ਦੇ ਯੋਗ ਹੋਵੇ। ਤੇ ਅਕਸਰ ਹੀ ਅਸੀਂ ਦੇਖਦੇ ਹਾਂ ਬਹੁਤ ਸਕੂਲਾਂ ਦੇ ਵਿੱਚ ਅਨੇਕਾਂ ਲਾਇਰਾਂ ਦੇ ਵਿੱਚ ਰਿਟਾਇਰਮੈਂਟਾਂ ਹੁੰਦੀਆਂ ਨੇ, ਸਕੂਲ ਦੇ ਵਿੱਚ 20 ਵਾਰ ਜਾਂਦੇ ਛੁਲਾ ਵੀ ਨਹੀਂ ਮਾਰਦੇ, ਤੇ ਪਰੰਤੂ ਸਾਡੇ ਮਨ 'ਚ ਵੀ ਸਾਨੂੰ ਵਧੀਆ ਸਰਕਾਰ ਨਾਲ ਇੱਥੋਂ ਵਿਦਾ ਕੀਤਾ ਜਾਵੇ। ਤੇ ਕਿਉਂਕਿ ਜ਼ਿੰਦਗੀ ਦੇ ਵਿੱਚ ਕਾਫੀ ਸਮਾਂ ਸਾਡੇ ਲਾਇਆ ਹੁੰਦਾ, ਤੇ ਉਹਨੂੰ ਮਾਣ ਮਹਿਸੂਸ ਹੁੰਦਾ ਹੈਗਾ ਕਿ ਮੈਂ ਇੱਥੇ ਲਾ ਕੇ ਹੈਗਾ, ਤੇ ਉਹਨੂੰ ਇਹ ਲੱਗਦਾ ਵੀ ਬਾਕੀ ਮੈਂ ਇੱਕ ਤਾਂ ਹੁੰਦੇ ਵੀ 20 ਸਾਲ ਨਿਬੇੜਦੇ 40 ਸਾਲ ਨਿਬੇੜਦੇ, ਪਰ ਉਹਨੂੰ ਇਹ ਲੱਗਦਾ ਮੈਂ ਲੇਖੇ ਲਾਏ ਨਹੀਂ ਕਿਸੇ ਨੇ। ਤੇ ਸਾਨੂੰ ਵੀ ਅਸੀਂ ਵਿਦਾ ਕਰ ਰਹੇ ਹਾਂ, ਅਲਵਿਦਾ ਨਹੀਂ। ਵੀ ਸਾਡੀ ਇਹਨਾਂ ਨੂੰ ਬੇਨਤੀ ਹੈਗੀ ਵੀ ਸਾਨੂੰ ਨਗਦੇ ਡੱਬਦੇ ਜਿਸ ਤਰ੍ਹਾਂ ਉਹਦੇ ਪਿਆਰ ਸਤਿਕਾਰ ਨਾਲ ਮਿਲਦੇ ਸੀਗੇ ਉਵੇਂ ਵਧੀਆ ਮਿਲਣਾ, ਸਾਡੇ ਸਕੂਲ ਨੂੰ ਵੀ ਸਾਡੇ ਕੋਲ ਨਗਦੇ ਡੱਬਦੇ ਆਉਂਦੇ ਜਾਂਦੇ ਰਹਿਣਾ, ਤੇ ਅੱਜ ਸਾਡਾ ਇਹਨਾਂ ਪ੍ਰਤੀ ਸਤਿਕਾਰ ਹੈ ਅੱਗੇ ਨਾਲੋਂ ਵੀ ਜ਼ਿਆਦਾ ਵਧੇ ਫੁੱਲੇ। ਅਸੀਂ ਪ੍ਰਮਾਤਮਾ ਅੱਗੇ ਇਹੀ ਦੁਆ ਕਰਦੇ ਹਾਂ। ਤੇ ਮੈਂ ਦੁਬਾਰਾ ਦੀਪ ਜੀ ਨੂੰ ਬੇਨਤੀ ਕਰੂੰਗਾ। ਹਾਂਜੀ ਮੈਡਮ, ਹੁਣ ਤਾਂ ਜੀ ਬੋਲੋ ਜੀ 2 ਸ਼ਬਦ ਤਾਂ ਜ਼ਰੂਰ। ਨਹੀਂ ਸਟੇਜ ਦੀ ਕਾਰਵਾਈ ਸੀ ਰੋਕ ਲਈ ਸਰ ਤੇ ਗਏ ਇਹ ਜ਼ਰੂਰੀ ਹੈ ਮੈਡਮ, ਸਹੀ ਗੱਲ ਹੈ ਜੀ। ਸਾਰੇ ਪ੍ਰਿੰਸੀਪਲ ਸਰ ਤੇ ਸਾਰੇ ਸਟਾਫ ਨੂੰ ਤੇ ਹੋਰ ਸਾਰੇ ਜਿਹੜੇ ਮਹਿਮਾਨ ਆਏ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ। ਤੇ ਹੋਰ ਮੈਂ ਤੁਹਾਨੂੰ ਬਹੁਤ ਬਹੁਤ ਜਿਹੜਾ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਸਾਨੂੰ ਇੰਨੀ ਵਧੀਆ ਪਾਰਟੀ ਸਾਡੇ ਵਾਸਤੇ ਅਰੇਂਜ ਕਰੀ ਹੈ ਤੁਸੀਂ। ਤੇ ਜ਼ਿਆਦਾ ਕੁਛ ਤਾਂ ਨਹੀਂ ਬੋਲਦੀ, ਮੈਂ ਧੰਨਵਾਦ ਹੀ ਕਰੂੰਗੀ। ਬਾਕੀ ਇਹਨਾਂ ਦਾ ਜਿਹੜਾ ਸਾਡਾ ਜੀਵਨ ਦਾ ਸਫ਼ਰ ਬਹੁਤ ਵਧੀਆ ਲੰਘਿਆ, ਤੇ ਮੈਨੂੰ ਇਹਨਾਂ ਨੇ ਬਹੁਤ ਸੁਜੈਸ਼ਨ ਅੱਗੇ ਵੀ ਕੀਤਾ ਪੜ੍ਹਨ ਵਾਸਤੇ, ਪਰ ਮੈਂ ਨਹੀਂ ਪੜ੍ਹੀ। ਤੇ ਬਹੁਤ ਵਧੀਆ ਸਫ਼ਰ ਜਿਹੜਾ ਜੀਵਨ ਦਾ ਜਿਹੜਾ ਲੰਘਿਆ ਹੈਗਾ, ਤੇ ਸੁਣਨੇ ਨਾਲ ਮਿਲ ਕੇ ਸਾਰੇ ਸਟਾਫ ਨਾਲ ਮਿਲ ਕੇ ਬਹੁਤ ਵਧੀਆ ਖੁਸ਼ੀ ਮਹਿਸੂਸ ਹੋਈ। ਤੇ ਮੈਂ ਉਮੀਦ ਕਰਦੀ ਹਾਂ ਵੀ ਤੁਹਾਨੂੰ ਵੀ ਕੁਝ ਜਾਂ ਸਰ ਵੱਲੋਂ ਜਾਂ ਸਾਡੇ ਵੱਲੋਂ ਕੋਈ ਗਲਤ ਜਾਂ ਬੋਲਿਆ ਗਿਆ ਹੋਵੇ ਉਹਦੇ ਵਾਸਤੇ ਅਸੀਂ ਮਾਫੀ ਚਾਹੁੰਦੇ ਹਾਂ। ਤੇ ਹੁਣ ਤੁਸੀਂ ਸਾਰੇ ਸਟਾਫ ਨੇ ਸਾਡੇ ਘਰ ਵੀ ਜਾਣਾ ਹੈ, ਤੇ ਚਾਹ ਪਾਣੀ ਦਾ ਅਰੇਂਜਮੈਂਟ ਤੇ 17 ਤਰੀਕ ਨੂੰ ਸਾਰਿਆਂ ਨੇ ਫੰਕਸ਼ਨ ਤੇ ਜ਼ਰੂਰ ਪਹੁੰਚਣਾ ਹੈ। ਧੰਨਵਾਦ। ਸਾਡੇ ਲੈਕਚਰਰ ਸਾਹਿਬ ਸ਼੍ਰੀ ਜਗਸੀਰ ਸਿੰਘ ਜੀ ਨੂੰ ਕਹੂੰਗਾ ਸਟੇਜ ਤੇ ਆ ਕੇ 2 ਸ਼ਬਦ ਬੋਲਣ। ਸ਼੍ਰੀ ਜਗਸੀਰ ਸਿੰਘ। ਪ੍ਰਿੰਸੀਪਲ ਸਾਹਿਬ, ਸਮੂਹ ਸਟਾਫ ਔਰ ਸ਼੍ਰੀ ਗੁਰਦੀਪ ਸਿੰਘ ਧਨੋਆ ਮੈਡਮ, ਰਣਜੀਤ ਕੌਰ ਜੀ, ਇਹਨਾਂ ਦੇ ਨਾਲ ਆਏ ਸਮੂਹ ਮਹਿਮਾਨ, ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ, ਅੱਜ ਬੜਾ ਹੀ ਸੁਹਾਵਣਾ ਦਿਨ ਹੈ ਸ਼੍ਰੀ ਗੁਰਦੀਪ ਜੀ ਵਾਸਤੇ। ਸਾਡੇ ਡਿਪਾਰਟਮੈਂਟ ਦੇ ਵਿੱਚ ਇਸ ਵਕਤ ਰਿਟਾਇਰ ਹੋ ਕੇ ਜਾਣਾ ਬਹੁਤ ਹੀ ਔਖੇ ਸਮੇਂ ਦੇ ਵਿੱਚ ਹੁੰਦਾ। ਡਿਪਾਰਟਮੈਂਟ ਦੇ ਵਿੱਚ ਇੰਨੀਆਂ ਮਤਲਬ ਪੂਰਨਤਾਈਆਂ ਨੇ ਕਿ ਜਿਹੜਾ ਬੰਦਾ ਰਿਟਾਇਰ ਹੋ ਕੇ ਜਾ ਰਿਹਾ ਉਹ ਬੜਾ ਆਪਦੇ ਆਪ ਨੂੰ ਮਾਣ ਮਹਿਸੂਸ ਕਰਦਾ। ਆਉਣ ਵਾਲਾ ਸਮਾਂ ਖਾਸ ਕਰ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਕੋਈ ਜ਼ਿਆਦਾ ਸੁਖਾਲਾ ਨਹੀਂ ਹੋਊਗਾ। ਤਾਂ ਜਿਸ ਤਰ੍ਹਾਂ ਕਿ ਅੱਜ ਗੁਰਦੀਪ ਸਿੰਘ ਧਨੋਆ ਰਿਟਾਇਰ ਹੋ ਕੇ ਜਾ ਰਹੇ ਨੇ, ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਇਹਨਾਂ ਦੇ ਜੀਵਨ, ਐਜੂਕੇਸ਼ਨ ਬਾਰੇ, ਆਪਣੇ ਨਾਲ ਗੁਜ਼ਾਰੇ ਪਲਾਂ ਬਾਰੇ ਦੱਸਿਆ। ਮੈਂ ਬਹੁਤਾ ਸਮਾਂ ਨਹੀਂ ਲਵਾਂਗਾ, ਪਰ ਇਸ ਮਤਲਬ ਧਨੋਆ ਪਰਿਵਾਰ ਨਾਲ ਸਾਡੀ ਬੜੀ ਪੁਰਾਣੀ ਸਾਂਝ ਹੈ। ਮੈਡਮ ਰਣਜੀਤ ਕੌਰ ਜੀ ਸਾਡੇ ਪਿੰਡ ਕਾਫੀ ਸਮਾਂ ਸਰਵਿਸ ਕਰਕੇ ਆਏ ਨੇ। ਦੂਸਰਾ ਗਿੱਲ ਪਰਿਵਾਰ ਹੈ। ਮੈਂ ਬੈਸਟ ਵਿਸ਼ ਜੀ ਦੇਵਾਂਗਾ ਕਿ ਜਿੰਨਾ ਵੀ ਸਮਾਂ ਇਹਨਾਂ ਨਾਲ ਨਿਕਲਿਆ ਬੜਾ ਵਧੀਆ ਗੁਜ਼ਰਿਆ। ਪਰਮਾਤਮਾ ਅੱਗੇ ਦੁਆ ਕਰਦੇ ਹਾਂ ਹੁਣ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਦੇ ਆਉਣ ਵਾਲਾ ਭਵਿੱਖ ਹੈ ਜਿਹੜਾ ਹੋਰ ਇਦੋਂ ਵੀ ਸੁਨਹਿਰਾ ਹੋਵੇ, ਤੇ ਸਾਡੇ ਇਸ ਬੜੇ ਪਰਿਵਾਰ ਨਾਲ ਜਿੰਨਾ ਸਮਾਂ ਇਹਨਾਂ ਨੇ ਗੁਜ਼ਾਰਿਆ ਬੜਾ ਹੀ
ਵਧੀਆ ਗੁਜ਼ਰਿਆ ਤੇ ਰਿਟਾਇਰਮੈਂਟ ਤੋਂ ਬਾਅਦ ਅਸੀਂ ਆਸ ਕਰਦੇ ਹਾਂ ਕਿ ਲੰਘਦੇ ਗਾਏ ਬਗਾਏ ਸਾਨੂੰ ਇੱਥੇ ਦਰਸ਼ਨ ਦੇਣ, ਸੁਜੈਸ਼ਨ ਕਰਨ ਕਿਸੇ ਵਧੀਆ ਚੀਜ਼ ਵਾਸਤੇ। ਅਖੀਰ ਵਿੱਚ ਮੈਂ ਸਭ ਦਾ ਥੈਂਕ ਯੂ ਕਰਦਾ। ਥੈਂਕ ਯੂ ਸੋ ਮਚ। ਅੱਜ ਦੀ ਇਸ ਗਮ ਭਰੀ ਵੀ ਕਹਿ ਸਕਦੇ ਹਾਂ ਖੁਸ਼ੀਆਂ ਵਾਲੀ ਪਾਰਟੀ ਦੇ ਵਿੱਚ, ਗਮ ਕਿਉਂਕਿ ਸਰ ਸਰਵਿਸ ਛੱਡ ਕੇ ਜਾ ਰਹੇ ਨੇ, ਕਿਤੇ ਨਾ ਕਿਤੇ ਦੁੱਖ ਵੀ ਹੁੰਦਾ ਹੈ, ਖੁਸ਼ੀ ਵੀ ਹੁੰਦੀ ਹੈ, ਇੱਕ ਬੇਦਾਗ ਸਰਵਿਸ ਕਰਕੇ ਜਾ ਰਹੇ ਨੇ। ਦੇ ਮੁੱਖ ਮਹਿਮਾਨ ਗੁਰਦੀਪ ਅੰਕਲ ਜੀ, ਕਿਉਂਕਿ ਮੈਂ ਇਹਨਾਂ ਨੂੰ ਅੱਜ ਤੱਕ ਸਰ ਕਦੇ ਕਿਹਾ ਨਹੀਂ, ਮੈਂ ਸ਼ੁਰੂ ਤੋਂ ਇਹਨਾਂ ਨੂੰ ਅੰਕਲ ਜੀ ਕਹਿ ਰਿਹਾ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਸਤਿਕਾਰਯੋਗ ਮਾਤਾ ਪਿਤਾ ਅਤੇ ਯਾਰ ਦੋਸਤ ਤੇ ਮੇਰਾ ਬੜੇ ਪਰਿਵਾਰ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਇੱਕ ਛੋਟੀ ਜਿਹੀ ਅਸੀਂ ਕੋਸ਼ਿਸ਼ ਅੱਜ ਕੀਤੀ ਸੀ, ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ ਪਸੰਦ ਆਈ ਹੋਣੀ ਹੈ। ਅਗਰ ਕੋਈ ਗਲਤੀ ਰਹੀ ਹੋਏ ਤਾਂ ਬੱਚੇ ਸਮਝ ਕੇ ਮਾਫ ਕਰਿਓ। ਬਾਕੀ ਸਰ ਬਾਰੇ ਸਾਰਿਆਂ ਨੇ ਬਹੁਤ ਚੰਗੀ ਤਰ੍ਹਾਂ ਦੱਸਤਾ। ਮੈਨੂੰ ਜ਼ਿਆਦਾ ਸਮਾਂ ਤਾਂ ਨਹੀਂ ਮਿਲਿਆ ਨਾ, ਕਿਉਂਕਿ ਮੇਰੀ ਪਿਛਲੇ ਸਾਲ ਦਸੰਬਰ ਵਿੱਚ ਜੁਆਇਨਿੰਗ ਸੀ। ਮਾਰਚ ਦੇ ਵਿੱਚ ਕਰੋਨਾ ਕਰਕੇ ਮੈਨੂੰ ਸਿਰਫ 4 ਮਹੀਨੇ ਹੀ ਅਗਰ ਦੇਖੀਏ ਜ਼ਿਆਦਾ ਕੰਮ ਕਰਨ ਦਾ ਮੌਕਾ ਮਿਲਿਆ, ਪਰ ਮੈਨੂੰ ਇਹਨਾਂ ਨੇ ਇੱਕ ਐਜ਼ ਏ ਫਾਦਰ ਹਮੇਸ਼ਾ ਸਹੀ ਗਾਈਡ ਕੀਤਾ ਹੈ। ਜਿੱਥੇ ਮੈਨੂੰ ਦਿੱਕਤ ਆਈ ਹੈ ਮੈਨੂੰ ਇਹਨਾਂ ਨੇ ਹਮੇਸ਼ਾ ਦੱਸਿਆ, ਕਿਉਂਕਿ ਇਹਨਾਂ ਦਾ ਖੁਦ ਦਾ ਨਾ ਤਜਰਬਾ ਸੀ ਕਿ ਨਹੀਂ ਬੇਟਾ ਇਹਨੂੰ ਆਏਂ ਕਰਨਾ, ਇਹਨੂੰ ਆਏਂ ਕਰਨਾ ਹੈ, ਜਾਂ ਆਪਾਂ ਇੱਥੇ ਇਸ ਚੀਜ਼ ਨੂੰ ਆਏਂ ਚਲਾਉਣਾ ਹੈ। ਇਸ ਚੀਜ਼ ਲਈ ਮੈਂ ਹਮੇਸ਼ਾ ਇਹਨਾਂ ਦਾ ਆਭਾਰੀ ਰਹੂੰਗਾ। ਜੋ ਇਹਨਾਂ ਨੇ ਸਾਨੂੰ ਦੱਸਿਆ, ਜੋ ਸਹੀ ਮਾਰਗਦਰਸ਼ਨ ਇਹਨਾਂ ਨੇ ਸਾਡੇ ਲਈ ਕੀਤਾ, ਤੇ ਅਸੀਂ ਸਾਡੀ ਪੂਰੀ ਕੋਸ਼ਿਸ਼ ਇਹ ਰਹਿਣੀ ਹੈ ਜੀ ਕਿ ਅਸੀਂ ਉਸ ਮਾਰਗਦਰਸ਼ਨ ਤੇ ਇਸ ਸੰਸਥਾ ਨੂੰ ਹੋਰ ਵੀ ਬਿਹਤਰ ਚਲਾਵਾਂਗੇ। ਤੇ ਤੁਹਾਡੇ ਨਾਲ ਇੱਕ ਵਾਅਦਾ ਵੀ ਜ਼ਰੂਰ ਕਰਦੇ ਹਾਂ ਕਿ ਜੋ ਤੁਸੀਂ ਸਾਨੂੰ ਰਸਤਾ ਦਿਖਾਇਆ ਹੈ, ਆਉਣ ਵਾਲੇ ਟਾਈਮ ਦੇ ਵਿੱਚ ਬੜੇ ਤੇ ਤੁਸੀਂ ਮਾਣ ਕਰੋਗੇ ਕਿ ਹਾਂ ਇਹ ਉਹ ਸੰਸਥਾ ਹੈ ਜਿੱਥੇ ਮੈਂ ਮਾਰਗਦਰਸ਼ਨ ਕਰਕੇ ਗਿਆ ਸੀ। ਬਾਕੀ ਜੋ ਅੰਕਲ ਜੀ ਨੇ ਗੱਲ ਕਹੀ ਸੀ ਇਮਾਨਦਾਰੀ ਦੀ, ਬਿਲਕੁਲ ਇਹ ਗੱਲ ਸਹੀ ਹੈ। ਮੇਰੇ ਅੱਜ ਵੀ ਦਿਨ ਯਾਦ ਹੈ ਜਿਸ ਦਿਨ ਮੇਰੀ ਜੁਆਇਨਿੰਗ ਸੀ, ਮੇਰੇ ਦਾਦਾ ਜੀ ਨੇ ਮੈਨੂੰ ਇਹੀ ਗੱਲ ਕਹੀ ਸੀ, ਉਹ ਵੀ ਰਿਟਾਇਰਡ ਟੀਚਰ ਨੇ, ਜੋ ਅੰਕਲ ਜੀ ਨੇ ਗੱਲ ਕਹੀ ਸੀ ਵੀ ਅਗਰ ਤੁਸੀਂ ਇਮਾਨਦਾਰੀ ਨਾਲ ਕੰਮ ਕਰੋਗੇ, ਸਾਫ਼ ਨੀਤ ਨਾਲ ਕੰਮ ਕਰੋਗੇ, ਤਾਂ ਮੇਰੇ ਖਿਆਲ ਕੋਈ ਵੀ ਅਸੰਭਵ ਚੀਜ਼ ਤੁਹਾਡੇ ਲਈ ਨਹੀਂ ਹੈਗੀ। ਤੁਸੀਂ ਹਰੇਕ ਮੰਜ਼ਿਲ ਨੂੰ ਪਾ ਸਕਦੇ ਹੋ। ਤੇ ਮੈਂ ਮਾਲਕ ਦਾ ਸ਼ੁਕਰਗੁਜ਼ਾਰ ਹਾਂ ਜੀ, ਜਿੰਨੀ ਕਿ ਮੈਂ ਕੋਸ਼ਿਸ਼ ਕੀਤੀ ਹੈ ਸਰ ਦੇ ਨਾਲ। ਮੈਂ 10 ਸਾਲ ਕੰਮ ਕੀਤਾ ਸਰ ਦੇ ਅੰਦਰ। ਕੋਸ਼ਿਸ਼ ਇਹੀ ਰਹੀ ਹੈ ਕਿ ਆਪਦਾ ਕੰਮ ਇਮਾਨਦਾਰੀ ਨਾਲ ਕਰੀਏ ਜੀ। ਬਾਕੀ ਮਾਲਕ ਹੈ, ਗਲਤੀਆਂ ਵੀ ਬਹੁਤ ਹੋਈਆਂ ਨੇ, ਕਿਤਿਆਂ ਵੀ ਹੋ ਗਏ, ਇਨਸਾਨ ਹੈ, ਗਲਤੀਆਂ ਹੋ ਜਾਂਦੀਆਂ ਨੇ। ਸਰ ਦੀ ਇਮਾਨਦਾਰੀ, ਅੰਕਲ ਦੀ ਇਮਾਨਦਾਰੀ ਹੈ ਕਿ ਅੱਜ ਸਾਰੇ ਖੁਸ਼ਹਾਲ ਜ਼ਿੰਦਗੀ ਜੀ ਰਹੇ ਹੋ ਜੀ। ਬਾਕੀ ਬੇਟਾ ਨਹੀਂ ਬੋਲ ਪਾਇਆ ਕੁਛ, ਤੇ ਕਹਿੰਦੇ ਨਾ ਉਹ ਕਈ ਵਾਰ ਨਾ ਬੋਲਣ 'ਚ ਸਾਰਾ ਕੁਝ ਬੋਲਿਆ ਜਾਂਦਾ ਹੈ। ਉਹਦੇ ਉਹ ਜਿਹੜਾ ਉਹ 5 ਸੈਕਿੰਡ ਦਾ ਮੋਲ ਰੱਖ ਗਿਆ ਸੀ, ਉਸੇ ਚੀਜ਼ ਉਹ ਆਪਦਾ ਫਾਦਰ ਬਾਰੇ ਸਾਰੇ ਕੁਝ ਦੱਸ ਗਈ ਸੀ, ਕਿਉਂਕਿ ਉਹਨਾਂ ਨੂੰ ਵਰਡ ਨਹੀਂ ਮਿਲ ਰਹੇ ਸੀ ਆਪਣੇ ਫਾਦਰ ਬਾਰੇ ਬੋਲਣ ਦੇ। ਮੈਂ ਰੱਬ ਤੋਂ ਇਹੀ ਦੁਆ ਕਰੂੰਗਾ ਕਿ ਜਿਹੜੀ ਲਾਈਫ ਦਾ ਜਿਹੜਾ ਦੂਸਰਾ ਫੇਸ ਹੈ ਉਹ ਖੁਸ਼ੀਆਂ ਭਰਿਆ ਰਹੇ। ਜਿਵੇਂ ਇਹ ਗੁਰਸਿੱਖੀ ਨਾਲ ਜੁੜੇ ਹੋਏ ਨੇ, ਇਸੇ ਤਰੀਕੇ ਦੇ ਨਾਲ ਇਹ ਸਮਾਜ ਸੇਵਾ ਕਰਦੇ ਰਹਿਣ। ਧੰਨਵਾਦ। ਬਾਕੀ ਅੰਕਲ ਨੂੰ ਤੁਹਾਨੂੰ ਮੈਂ ਜ਼ਰੂਰ ਕਹੂੰਗਾ ਸਾਨੂੰ ਬੱਚਿਆਂ ਨੂੰ ਆਸ਼ੀਰਵਾਦ ਜ਼ਰੂਰ ਦਿਓ ਜੀ, ਥੋੜਾ ਸਟੇਜ ਤੇ। ਥੈਂਕ ਯੂ। बहुत ही सत्कारयोग मेरे माता पिता, भैन भरा, प्रिंसिपल सर, समूह स्टाफ ते होर सज्जन मित्र जो भी इत्थे आए है। मेरे बारे काफी कुछ बोलिया गया, शायद मैं इन्ना चंगा तो है जिन्ना तुसीं मैनूं करता। चलो सुभाव हुंदा बंदे दा। मेरा अज तक रिकॉर्ड है, आ नवी जनरेशन है, ये बच्चा मेरा मैं कदे बोलता नहीं सुनिया, इतना स्टेज पे चढ़ा नहीं कभी। मैं हैरान हाँ भी अज किवें चढ़ गया। एक गल जरूर है कि जो इंसान अपने माता पिता की कदर करता है, अपने समय नूं सोहना बनाउण दी कोशिश करता है, जिन्नी मेहनत है उहदे अनुसार वो काम करता है, तो मैनूं नहीं लगता कि इस संसार दे उत्ते दाता उहनूं किसी चीज की घाट छड्डदा होवे। मेरे याद है बॉयज स्कूल साडे घर तो सिर्फ उस समय जदों मैं पढ़ता हुंदा सी 2-3 मिनट का ही राह है। जे 8 बजे स्कूल लगना, मैं 7:55 तो घर जाता हूँ।
ਤੇ ਜੇ 2 ਵਜੇ ਛੁੱਟੀ ਹੋਣੀ ਹੈ ਮੈਂ 2:05 ਤੇ ਘਰ ਹੁੰਦਾ। ਭੁੱਖ ਮੈਥੋਂ ਸਹੀ ਨਾ ਜਾਂਦੀ। ਮੇਰੇ ਮਦਰ ਕਹਿੰਦੇ ਵੀ ਤੂੰ ਖੜ ਜਾ ਕਰ ਕਿਸੇ ਕੋਲੇ ਮਾੜਾ ਮੋਟਾ, ਤੂੰ ਜਾ ਜੂ ਆਇਆ ਕਰ। ਪਰ ਮੈਂ ਨਹੀਂ, ਮਤਲਬ ਪੜ੍ਹਨ ਵੇਲੇ ਪੜ੍ਹਾਈ ਕੀਤੀ। ਦਾਤੇ ਨੇ ਫਲ ਵੀ ਬਹੁਤ ਦਿੱਤਾ। ਇਦੋਂ ਵੱਡਾ ਤਾਂ ਫਲ ਮੇਰਾ ਨਹੀਂ। ਜਿਹੋ ਜੀ ਮੇਰੀ ਝੋਲੀ ਸੀ ਉਹਨੇ ਬਹੁਤ ਪਰ ਬੋਲੋ ਫੁਲਕਾ। ਇਹ ਸਾਰਾ ਪ੍ਰਤਾਪ ਇਹ ਮੇਰੇ ਮਾਤਾ ਪਿਤਾ। ਮੈਂ ਅੱਜ ਤੱਕ ਵੀ ਨਹੀਂ ਇਹਨਾਂ ਮੂਹਰੇ ਬੋਲਿਆ ਕਰ। ਇਹ ਜਵਾਬ ਹੁਣ ਨਵੀਂ ਪਨੀਰੀ ਹੈ। ਮੈਨੂੰ ਕਈ ਵਾਰੀ ਕਹਿੰਦੇ ਤੁਹਾਨੂੰ ਪਾਪਾ ਜੀ ਕਹਿੰਦੇ ਮੈਂ ਮੇਰਾ ਪਿਓ ਹੀ ਆ, ਉਹਨੂੰ ਤਾਂ ਘਰ ਹੈ, ਕੋਈ ਗੱਲ ਨਹੀਂ, ਤੁਸੀਂ ਨਾ ਸਕਦੇ ਹੋ। ਚਲੋ ਜ਼ਿੰਦਗੀ ਹੈ। ਇਹਨਾਂ ਦੇ ਸਾਹਮਣੇ ਵੀ ਮੈਂ ਕਦੇ ਬੋਲਿਆ, ਐ ਸਟੇਜ ਤੇ ਵੀ ਨਹੀਂ ਬੋਲਿਆ ਕਦੇ। ਭਾਵੇਂ ਮੈਂ ਬੜੀਆਂ ਸਟੇਜਾਂ ਤੇ ਬੋਲਿਆ, ਪਰ ਅੱਜ ਥੋੜਾ ਜਿਹਾ ਮੇਰੀਆਂ ਲੱਤਾਂ ਕੰਬੀ ਜਾਂਦੀਆਂ। मेरा ब्रदर है, सिस्टर बैठे मेरे, 2 ਨੂੰਹਾਂ मेरिया आई हुई आज मेरे नाल, बड़ा बेटा बाहर आ चुका है। कमली गल है, अगर असां अपनी ड्यूटी नूं बाखूबी निभाउने आ, बच्चियां नूं कुछ ना कुछ दिन्ने आ, साडी असल डेयरी साडे बच्चे है, साडा समाज है, साडा आला दुआला। ये थोड़े अपने सारे है। जिथे तुसी बैठना है उन्होंने मैटरन लाना है कि उन्होंने बदबूदार लाना है। अगर तुसी थोड़े मन दे विच चंगे विचार ने, जिथे बैठोगे 4 चफेरा खिल जूगा, मैटरन होणगियां, हसन ला दोगे। अगर तुसी ही अपनी सौड़ी सोच दे विच भरे हुए हो, जिथे जाओगे थली मचा दोगे, थोड़े नेड़े नहीं लगना कोई। उठ उठ भज जाएंगे, ये कहणगे कित्थे आ गए यार, असीं चंगा भला हसी जांदे सी, असीं सारे रोण लग। दुख गम दर्द बहुत है दुनिया दे विच। साडे कोल मन है, असीं इसे करके मनुख हां, आदमी हां। भावें एक दमी हां, दम आ रहा है तां आदमी हां, इसे ना तो आदमी टिके है, मन करके मनुख हुए हैं। पर जिन्ने भी दम आउण, अपनी तकलीफां दुखां नूं साइड ते रखते हुए, अपनी सोच समझ समर्था बुद्धि अनुसार, अपनी हिम्मत अनुसार करते जाओ, तो परमात्मा तुहानूं खुशियां अवश्य दे। परमात्मा कदे इदां नहीं आउंदा कि कोई सामने आके खड़ गया जां कोई होर है। पंजाबी का एक मुहावरा है कि रब उन्हां दी मदद करता है जिहड़े अपनी मदद आप करते हैं। सानू आप करना पड़ेगा। जदों आप करांगे फिर साधन बन जाएंगे। हसांगे तो 4 हसन वाले जरूर मिल जाएंगे, रोवांगे नेड़े कोई नहीं खड़ना। काम करो, खुश रहो, चंगा सोचो, चंगा हंडाओ, चंगा खाओ। चंगा खाओ, चंगा हंडाओ तो मतलब ये नहीं कि 5000 वाला सूट पाया होवे। सूट मित्रों भावें 100 वाला ही है, पर जिस होके प्रेस कराया पाया ना, बंदे झाकदे यार क्या है। चंगे विचार रखो, ते बाकी तुसीं असीं तहे दिलों शुक्रगुजार हां तुहाडे। शब्द नहीं मेरे कोल जिन्हां लई मैं तुहाडा धन्नवाद करदा। इस तो बाद घर दे विच असीं प्रोग्राम रखिआ तुहाडे सन्मान दे लई, थोड़ी चाह पार्टी वो तुसीं साडे नाल चलिओ, जरूर लिओ। ते बाकी 15 तरीक नूं अखंड पाठ साहब घर रखांगे। 17 जनवरी 15 जनवरी की गल, 17 जनवरी ऐतवार नूं भोग है, उत्थे भी सारे जरूर आए। बाकी चंगा चंगा जे करदे ना, मिल भी मूहरों चंगा जांदा। इदां नहीं लंडे नूं खुंडा जिवें कहंदे हुंदे वल पा के मिल जांदा है, ते जे चंगियों तां चंगा भी वल पा के मिल जूगा।
ਚੰਗੇ ਵੀ ਦੂਰ ਨਹੀਂ ਜਾਂਦੇ। ਇਹ ਪਾਰਖੂ ਅੱਖ ਤੁਹਾਡੀ ਹੈ ਕਿ ਤੁਸੀਂ ਹੰਸ ਵਾਂਗੂ ਮੋਤੀ ਚੁਗਣਾ ਹੈ ਕਿ ਬਗਲੇ ਵਾਂਗੂ ਉਧਰਲੇ ਪਾਸੇ ਜਾਣਾ। ਬਾਕੀ ਸਰਵਿਸ ਮੇਰੀ ਦਾ ਤੁਹਾਨੂੰ ਡਿਟੇਲ ਦੱਸ ਹੀ ਦਿੱਤੀ। ਬੜੇ ਸਾਲ ਹੋ ਗਏ ਬੱਚਿਆਂ ਨਾਲ ਵਿਚਰਦੇ ਆ, ਲੱਖਾਂ ਬੱਚੇ ਤਾਂ ਅੱਖਾਂ ਅੱਗੋਂ ਦੀ ਚਲੇ ਗਏ, ਪਰ ਆਪਣੇ ਆਪ ਤੇ ਮੈਂ ਮਾਣ ਕਰਦਾ, ਹੰਕਾਰ ਨਹੀਂ। ਹੰਕਾਰ ਤੇ ਮਾਣ ਦੇ ਵਿੱਚ ਬਹੁਤ ਮਾਮੂਲੀ ਜਿਹਾ ਫਰਕ ਹੈ। ਮਾਣ ਕਰਦਾ ਮੈਂ ਆਪਣੇ ਆਪ ਦੇ ਉੱਤੇ ਕਿ ਮੈਨੂੰ ਅੱਜ ਤੱਕ ਕੋਈ ਐਸਾ ਬੱਚਾ ਨਹੀਂ ਮਿਲਿਆ ਜਿਹਨੇ ਮੈਨੂੰ ਇਹ ਉਲਾਂਭਾ ਦਿੱਤਾ ਹੋਵੇ ਕਿ ਸਰ ਤੁਹਾਡੀ ਆਹ ਹਰਕਤ ਕਾਰਨ ਮੈਂ ਇੱਧਰਲੇ ਪਾਸੇ ਚਲੇ ਗਿਆ। ਜਿੰਨੇ ਵੀ ਮਿਲੇ ਆ ਹੁਣ ਤੱਕ ਸਭ ਨੇ ਇਹੀ ਕਿਹਾ, ਸਰ ਤੁਸੀਂ ਆਹ ਗੱਲ ਕਹੀ ਸੀ, ਮੈਨੂੰ ਹੁਣ ਤੱਕ ਯਾਦ ਹੈ। ਉਸ ਗੱਲ ਨੇ ਮੇਰਾ ਜੀਵਨ ਬਦਲ, ਮੈਂ ਆਹ ਪਾਸੇ ਲੱਗ ਗਿਆ, ਮੈਂ ਚੰਗੇ ਪਾਸੇ ਲੱਗ ਗਿਆ, ਮੈਂ ਕੁਛ ਨਾ ਕੁਛ ਪ੍ਰਾਪਤੀ ਕਰ ਲਈ। ਆਏ ਅਸੀਂ ਪ੍ਰਾਪਤੀ ਕਰਨੀ ਹੈ, ਐਵੇਂ ਡੰਗਰਾਂ ਵਾਂਗ ਰੋਟੀਆਂ ਖਾ ਕੇ ਲਿਟੇ ਰਹਿਣਾ ਜਾਂ ਫਾਲਤੂ ਦਾ ਇੱਕ ਕੰਮ ਧੰਦਾ ਕਰੀ ਜਾਣਾ, ਉਹਦੇ ਵਾਸਤੇ ਹੈ। ਬਾਕੀ ਸੱਜਣ ਮਿੱਤਰੋ ਜਵਾਨੀ ਵੇਲੇ ਦੀਆਂ ਗੱਲਾਂ ਦੱਸਦੇ ਆ, ਉਹ ਚਲੋ ਸਭ ਕੁਝ ਹੈ, ਪਰ ਇੰਨਾ ਵੀ ਮੈਨੂੰ ਮਾਣ ਹੈ ਕਿ ਅਸੀਂ ਜਵਾਨੀ ਵੇਲੇ ਕੋਈ ਐਸੀ ਗਲਤੀ ਨਹੀਂ ਕਰੀ ਜਿਹਦੇ ਲਈ ਸਾਨੂੰ ਹੁਣ ਆਪਣੇ ਬੱਚਿਆਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਹੁੰਦੀ ਹੈ। ਬਾਕੀ ਅਰੁਣ ਹੈ ਬੱਚਿਆਂ ਵਰਗੇ, ਇਹਨੇ ਹਮੇਸ਼ਾ ਜੋ ਵੀ ਕੀਤਾ ਪੁੱਛ ਕੇ ਕੀਤਾ, ਤੇ ਮੈਨੂੰ ਇਹ ਵੀ ਮਾਣ ਹੈ ਕਿ ਅਰੁਣ ਮੈਨੂੰ ਕੱਲ ਨੂੰ ਲਾਂਭਾ ਨਹੀਂ ਦਿਓ, ਅੰਕਲ ਜੀ ਤੁਸੀਂ ਮੈਨੂੰ ਮਾੜੀ ਰਹਿ ਦੇਗੇ ਆ ਮੈਂ ਤੜ ਗਿਆ, ਏਦਾਂ ਕਦੇ। ਕਿਉਂਕਿ ਜਿੱਥੇ ਬੈਠੇ ਆ ਜੀ ਹਮੇਸ਼ਾ ਆਪਣਾ ਬਣਾਇਆ। ਆ ਮੇਰਾ ਸਟਾਫ ਹੈ, ਇਹ ਛੋਟੀ ਛੋਟੀ ਉਮਰ ਦੀਆਂ ਕੁੜੀਆਂ ਨੇ, ਇਹਨਾਂ ਨੂੰ ਮੈਂ ਕਦੇ ਬੇਟੇ ਬੱਚੇ ਤੋਂ ਬਿਨਾਂ ਕਦੇ ਬੋਲਿਆ। ਆ ਮੇਰੇ ਭਰਾ ਹੈ ਛੋਟੇ ਸਾਰੇ, ਇਹਨਾਂ ਨੂੰ ਮਤਲਬ ਮੇਰੀ ਬੱਚਾ ਕਹਿ ਦੇਣਾ, ਉਹ ਨਹੀਂ ਬੱਚੇ ਐਂ ਨਹੀਂ ਕਰਦੇ। ਆ ਮੂੰਹਾਂ ਵਿੱਚ ਮੇਰੇ ਦੋ ਇਹਨਾਂ ਨੂੰ ਵੀ ਕਦੇ ਮੈਂ ਏਦਾਂ ਨਹੀਂ ਕਿਹਾ ਵੀ ਇਹ ਕੁੜੀ ਹੈ, ਇਹਨਾਂ ਨੂੰ ਵੀ ਬੇਟੀ ਕਹਿੰਦੀ ਬੇਟਾ ਏਦਾਂ ਨਹੀਂ ਕਰ ਲੈ। ਹੁੰਦੀਆਂ ਤਲਖੀਆਂ, ਸਾਰਾ ਕੁਝ ਹੋ ਜਾਂਦਾ ਘਰਾਂ ਦੇ ਵਿੱਚ। ਅਗਰ ਅਸੀਂ ਹੌਸਲੇ ਨਾਲ ਕੰਮ ਕਰਦੇ ਹਾਂ ਨਾ ਫਿਰ ਕਾਮਯਾਬ। ਤਕਲੀਫਾਂ ਕਿਹਨੂੰ ਨਹੀਂ ਆਈਆਂ, ਬਹੁਤ ਵੱਡਿਆਂ ਨੂੰ ਆਈਆਂ, ਬਹੁਤ ਵੱਡੀਆਂ ਆਈਆਂ, ਇਹ ਤਾਂ ਛੋਟੀਆਂ ਛੋਟੀਆਂ। ਆ ਕਿਹੜੇ ਦਿਨ ਚੱਲ ਰਹੇ ਨੇ, ਕਿਸਾਨਾਂ ਤੇ ਵੇਖੋ ਕੀ ਹਾਲ ਹੈ, ਸਾਡੇ ਪੰਥ ਤੇ ਕੀ ਹਾਲ ਹੋ ਗਿਆ ਹੈ। ਇਹਨਾਂ ਦਿਨਾਂ ਦੇ ਵਿੱਚ ਅਸੀਂ ਵਾਹਿਗੁਰੂ ਅੱਗੇ ਇਹ ਵੀ ਅਰਦਾਸ ਕਰਦੇ ਹਾਂ ਕਿ ਉਹ ਮੋਦੀ ਦੇ ਮਨ ਚ ਕਿਤੇ ਰਹਿਮ ਆਵੇ, ਸਾਡੇ ਕਿਸਾਨ ਭਰਾਵਾਂ ਦਾ ਮਸਲਾ ਹੱਲ ਹੋਏ। ਅੱਜ ਅਸੀਂ ਆਪਣੀ ਰਿਟਾਇਰਮੈਂਟ ਵੀ ਕਿਸਾਨ ਭਰਾਵਾਂ ਦੇ ਝੰਡੇ ਲਾ ਕੇ ਕੀਤੀ, ਘਰੋਂ ਅਸੀਂ ਝੰਡੇ ਲਾ ਕੇ। ਸੱਚੇ ਪਾਤਸ਼ਾਹ ਸਾਰਿਆਂ ਨੂੰ ਰਾਜੀ ਰੱਖੇ, ਤੰਦਰੁਸਤੀ ਦੇਵੇ। ਬਾਕੀ ਮੇਰੀ ਤਾਂ ਇਹੀ ਰਾਏ ਹੈ, ਖੁਸ਼ ਰਹੋ। ਮਾਨ ਸਨਮਾਨ ਇੱਕ ਐਸੀ ਚੀਜ਼ ਹੈ, ਜਿੰਨਾ ਕਿਸੇ ਨੂੰ ਦੇ ਦਿਓਗੇ ਤੁਹਾਡਾ ਮਾਨ ਸਨਮਾਨ ਉਦੋਂ ਦੁੱਗਣਾ ਹੋ ਕੇ ਮੁੜਦਾ। ਨਿਮੈ ਸੋ ਗੌਰਵ ਹੋ। ਤਕੜੀ ਦਾ ਪਲੜਾ ਜਿਹੜਾ ਨੀਵਾਂ ਹੁੰਦਾ ਨਾ ਉਹ ਵੱਡਾ, ਜਿਹੜਾ ਉੱਪਰ ਉੱਠ ਜਾਂਦਾ ਉਹ ਨਹੀਂ। ਨਿਮ ਕੇ ਰਹੋ। ਨਿਮਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਡੇ ਹੋ ਕੇ ਚਲੇ ਜਾਓ। ਨਿਮਣ ਦਾ ਮਤਲਬ ਹੈ ਤੁਹਾਡਾ ਆ ਨਿਮਿਆ ਹੋ ਗਿਆ। ਤੇ ਲੜਕੀਆਂ ਦੀ ਉਮਰ ਤਾਂ ਫਿਰ ਸਾਰੀ ਉਮਰ ਸੱਸ ਸਹੁਰੇ ਅੱਗੇ ਹੁੰਦੀ ਹੈ। ਆ ਲੜਕੀ ਸਾਡੇ ਗੁਆਂਢ ਚ ਵਿਆਹੀ ਹੈ, ਕੱਲ ਪਰਸੋਂ ਹੀ ਗੱਲਾਂ ਹੋਈਆਂ ਸੀ ਇਹਦੇ ਸਹੁਰਾ ਸਾਹਿਬ ਨਾਲ। ਮੈਂ ਭਾਈ ਕੁੜੀ ਬਹੁਤ ਸਿਆਣੀ ਬਣ ਕੇ ਰਹੂੰ। ਦੇਖੋ ਐਜੂਕੇਸ਼ਨ ਇੰਨੀ ਹੈ ਅੱਜ ਕੱਲ, ਹਰ ਬੱਚਾ ਪੜ੍ਹਿਆ ਲਿਖਿਆ। ਉਸ ਪੜ੍ਹੇ ਲਿਖਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕਿਤਾਬ ਪੜ੍ਹਨੀ ਆ ਗਈ, ਤੁਹਾਨੂੰ ਅੰਗਰੇਜ਼ੀ ਬੋਲਣੀ ਆ ਗਈ। ਨਹੀਂ ਜੀ ਨਹੀਂ। ਪੜ੍ਹੇ ਲਿਖਣ ਦਾ ਮਤਲਬ ਇਹ ਹੈ ਕਿ ਤੁਸੀਂ ਸਮਾਜ ਦੇ ਵਿੱਚ ਕਿਸ ਤਰ੍ਹਾਂ ਵਿਚਰਦੇ ਹੋ। ਉਹ ਹੈ ਤੁਹਾਡੀ ਲਿਆਕਤ, ਉਹ ਹੈ ਤੁਹਾਡੀ ਪੜ੍ਹਾਈ। ਤੁਸੀਂ ਕਿਦਾਂ ਦਾ ਬੋਲ ਵਿਹਾਰ ਹੈ ਤੁਹਾਡਾ ਸਮਾਜ ਦੇ ਵਿੱਚ, ਕਿਉਂਕਿ ਜੈਸਾ ਦਿਓਗੇ ਉਸੇ ਹੀ ਮਿਲਣਾ। ਇਹ ਮਾਂ ਪਿਓ ਇਹੀ ਹੁੰਦੇ ਆ ਅਸਲੀ, ਜਿੱਥੇ ਜਾ ਕੇ ਆਪਾਂ ਰਹਿਣਾ। ਉਹ ਇੱਕ ਪੰਜਾਬੀ ਦਾ ਖਾਣਾ ਵੀ ਮਾਂ ਜੇ ਆਪਣਾ ਸੱਸ ਜੇ ਮਾਂ ਬਣ ਜੇ ਸਾਰੀ ਉਮਰ ਪੇਕੇ ਨਾ ਜਾਵਾਂ। ਇਹ ਬਣਾਉਣਾ ਆਪਦੇ ਸਾਰੇ ਇਹ ਬਣਾ ਲਓ। ਇਹੀ ਨਹੀਂ ਪਰੇ ਹੋਣੀਆਂ ਸੁੱਥੋਂ ਤੁਹਾਡੇ ਮਗਰ ਤੁਰੀ ਫਿਰੋ, ਅਸਲੀ ਦਾ ਭੁੱਲ ਜਾਓਗੇ। ਮਾਨ ਸਨਮਾਨ ਦਿਓ,
मान सन्मान लो, मेहनत करो। आ बच्चे जेडे अज मैं राज आ मनूरी बैठे, दीपक है, अज जगसीर है बैठा, ये गल चली सी हुण भी जगसीर ने मेरे वाला रूप धार लिया, मैनू बड़ी खुशी होती, बहुत खुशी होती है मेरी। मैनू इसका परिवार, मैनू अपने बच्चे लगते, ये मैनू अपने जवाक लगते, पर जो मैं ये रूप च देखदा मैनू बड़ी खुशी होती कि चलो देखो फर्क है। एक तो मतलब मुन्नियां दाड़ियां जिवें कह दिंदे आपां वो हाल है, बंदे का प्रभाव भी बड़ा पैंदा। आ जिहड़ी चीज है ना ये नैचुरल है, वो परमात्मा ने सानू आही रूप दिता असल दे विच। ये तो ठीक है सानू नाई बना दिया जिवें जो बना दिंदे वो जो बंदा तुरया करदा। इन्हां बीबियां दाड़ियां नाल जदों ते गल करदे आ ना मूरले नूं स्वाद आ जांदा, अगला बन के खड़ जाता भी हाँ मेरे नाल गल कर रहे हैं। ये सम्मान लेना ना लेना है हर एक बंदे दे अपने घरे है। ते इन्हां बच्चों को मेरी राय यही है भी भाई पढ़ाई का लगना चाहिए। असी भी हुण तक मान साहब बैठे, असी जिन्नियां पढ़ियां लगभग उन्नियां पढ़ियां, हुणी हटे हुणी हटिया 4 साल क्योंकि हुण समझदारी वड्डी हो गई। नहीं पढ़ते रहो। मेरे याद है मैं जो जेबटी लग्या सी मेरे हथ च किताब ही हुंदी सी ते साडे एक बड़े सत्कारयोग पीटी साहब ने वो मैनू चिहड़ा कराया कोई जो की कढेगा की है, मैं कहा सारा कुछ इन्ना की है। जदों बोर्ड मेरी प्रमोशन हुई ते मैनू पता और हैडमास्टर कम करन दा मौका मिलिया, सारा नालों उसे पीटी दा पहला फोन आया, कहना तू सब बधाइयां। मैं कहा यार इन्हां च की सी, वो सारा कुछ इन्ना की है। फिर उन्हें कहा कहना सारा कुछ इन्ना की है इन्ना की है, इहदे विच है सब कुछ। जो ब्रह्मंडे सोई पिंडे, जो खोजा सो पावे, सब कुछ सारी सारी साइंस साइंस धर्म ही साइंस है, सारी गुरबाणी दे विच साइंस है। ये ठीक है कि साडे आ जेड़ा मूल लीडर है सानू समझाया इन्हें तक हम दसे ही बलिहारी कुदरत वसिया तेरा अंत न जाए लख्या। कुदरत दे विच वसिया होया कुदरत ही रब है। कुदरत नाल खिलवाड़ ना करो, साइंस नाल खिलवाड़ ना करो, पछताओगे पछताई जाने। चलो काफी लंबा हो जाएगा कम, जे इधर पासे चल पे आपां सारे दा बहुत बहुत धन्यवाद। बच्चों पढ़ते रहो, तरक्कियां थोड़े कदमां च ने, थोड़े पैरां च ने, कोई नहीं रोक सकदा। ते जेड़ा जित्तिया वो सिकंदर नहीं हुंदा, जेड़ा हालातां चों निकल के जितदा है वो सिकंदर हुंदा। तुहाडा सारिआं दा बहुत बहुत धन्नवाद। साडे वल्लों कोई गलती उल्टी हुई होवे भाई वो भी माफ करो। विशेष हिदायत मिली सी सारी स्टाफ वालों भी सानू स्टेज तो जान नहीं देना, ਇਹਦੇ ਕਰੀ ਲਗਾਏ ਵਗੈਰਾ ਜਾ ਕੇ ਉਹਦਾ ਮੈਡਮ ਤੋਂ ਵੀ ਸਪਾਰਸ਼ ਹੋ ਗਈ ਹੋਈ। ਮੈਂ ਬੜੇ ਸਾਲ ਹੋ ਗਏ ਮੈਂ ਗਾਇਆ ਨਹੀਂ। ਕੋਈ ਗੱਲ ਗਾਉਣ ਵਾਲਾ ਜਿਹੜਾ ਕੰਮ ਹੈ ਨਾ ਉਹ ਗਾਉਂਦੇ ਰਹਿਣ ਨਾਲ ਹੀ ਹੈ, ਚੱਲਦਾ ਮਾੜਾ ਮੋਟਾ। ਚਲੋ ਜਿਵੇਂ ਕੋਈ ਹੋਊਗਾ, ਮੇਰੇ ਯਾਦ ਵੀ ਨਹੀਂ ਹੁਣ ਤਾਂ। ਉਹ ਕਈ ਵਾਰੀ ਤਾਂ ਫਿਰ ਉਹ ਜਦੋਂ ਜਾਂਦਾ ਹੀ ਸੀ ਅੰਦਰ ਆਪੇ ਨਿਕਲ ਆਹ ਭੱਜੂ ਤੇ ਮੈਂ ਬੈਠੇ ਨੇ ਸਾਹਮਣੇ ਉਹਦੀ ਕਹਿੰਦੇ ਵੀ ਰਾਤ ਨੂੰ ਫਿਰ ਸੁਣਾਏਗਾ। ਚਲੋ ਇਹ ਸੱਜਣ ਮਿੱਤਰ ਜਿਹੜੇ ਮੇਰੇ ਆਏ ਨੇ ਅਧਿਆਪਕ ਦਲ ਵੱਲੋਂ, ਇਹਨਾਂ ਦਾ ਹੀ ਬਹੁਤ ਧੰਨਵਾਦ। ਸਾਰਿਆਂ ਦੀਆਂ ਮੇਰੇ ਰਿਸ਼ਤੇਦਾਰ ਆਏ ਬੈਠੇ, ਸਭ ਦਾ ਇੱਕ ਧੰਨਵਾਦ। याद आਉਂਦੀ ਆਣਾ ਜੀ ਸਭ ਦੱਸ ਦਿੰਦੇ ਵੀ ਕਿਹੜੇ ਜਾਲ ਸੁਣਾਉਂਦੇ ਹੁੰਦੇ ਸੀ। वैसे वो मानक ने जेड़ा गाया है ना लगभग लोक तत्थ ही गाए ने, चंगियां गल्लां ओदे च कोई भोजन मत वालियां गल्लां ने। भोजन ते भजन खजाना पर्दे बिन रखिए ना, अपनी गल करके कहिंदे आपे ही हसीए ना। आउंदा नी सब्र जे हथी, आउंदा नी सब्र जे हथी,
ਕਿਰਤ ਕਮਾਈਏ ਨਾ ਪੁੱਤਰ ਦੀ ਕਸਮ ਕਦੇ ਵੀ ਲੱਖਾਂ ਤੇ ਖਾਈਏ ਨਾ ਪੁੱਤਰ ਦੀ ਕਸਮ ਕਦੇ ਵੀ ਚਲੋ ਇਹ ਹੈ ਤਾਂ ਮਤਲਬ ਕਹਿਣੇ ਦੀ ਗੱਲ ਹੀ ਕਈ ਵਾਰੀ ਘੜੀ ਲੱਗਦੀ ਟੀਵੀ ਨੂੰ ਬਿਨਾ ਕੰਮ ਤੋਂ ਪੇਕੇ ਘਰ ਛੱਡੀਏ ਨਾ ਮੰਗਣਾ ਹੈ ਮਰਨ ਬਰਾਬਰ ਐਵੇਂ ਹੱਥ ਅੱਡੀਏ ਨਾ ਬੱਚਿਆਂ ਨੂੰ ਮਾੜੀ ਆਦਤ ਮੁੱਢ ਤੋਂ ਹੀ ਪਾਈਏ ਨਾ ਪੁੱਤਰ ਦੀ ਕਸਮ ਕਦੇ ਵੀ ਲੱਖਾਂ ਤੇ ਖਾਈਏ ਨਾ ਪੁੱਤਰ ਦੀ ਕਸਮ ਕਦੇ ਵੀ ਚਲੋ ਇਹਦਾ ਫਿਰ 1 ਸਾਲ ਅਸੀਂ ਇੰਟ ਪਾ ਲਿਆ ਜੀ, ਸਾਨੂੰ ਤਾਂ ਪਤਾ ਹੀ ਨਹੀਂ ਨਾ ਨਹੀਂ ਪਤਾ ਕਿ ਮੈਂ ਤੁਹਾਨੂੰ ਕੱਲ ਪਤਾ ਲੱਗਿਆ ਤੇ ਤੂੰ ਦੱਸੀ ਨਹੀਂ ਬਹੁਤ ਬਹੁਤ ਤਗੜੇ ਰਹੇ ਤੁਸੀਂ ਮੈਨੂੰ ਆਵਾਜ਼ ਵਿੱਚ ਗਾਇਆ ਅੱਛਾ ਜੀ ਇਹਦਾ ਜੇ ਮਤਲਬ ਉਹ ਕਿਸੇ ਮੈਂ ਕਹਿਣਾ ਉਹਦਾ ਦੱਸਣਾ ਨਹੀਂ ਰਾਜੀ ਮੇਰੇ ਬਹੁਤ ਬਹੁਤ ਧੰਨਵਾਦ ਸਾਡਾ ਜਿਨ੍ਹਾਂ ਨੇ ਸਾਡੇ ਨਾਲ ਜਾਂਦੇ ਜਾਂਦੇ ਆਪਦੇ ਵਧੀਆ ਗੁਣ ਸਾਂਝਾ ਕੀਤਾ ਹੈਗਾ। ਅਸੀਂ ਮੈਨੂੰ ਤਾਂ ਪਤਾ ਸੀ ਕਿ ਬਹੁਤ ਵਾਰ ਅਸੀਂ ਮੌਕਾ ਵੀ ਦਿੱਤਾ ਹਰ ਪਾਸੇ ਹੀ ਟਾਲ ਟੁਲ ਜਾਇਆ ਕਰਨਾ ਅੱਜ ਸਾਰੇ ਹਿੰਮਤ ਵਾਲੇ ਆਪਾਂ ਸਭ ਤੋਂ ਖਿਡਾਰੇ ਸ਼ਬਦ ਤੇ ਸਾਡੀ ਇੱਕ ਹੋਰ ਗੱਲ ਵਧੀਆ ਲੱਗੀ ਵੀ ਜਵਾਨੀ ਦੇ ਵਿੱਚ ਵੀ ਰਹੇ ਆ ਬਹੁਤ ਆਪਦੀ ਮਸਤੀ ਵੀ ਕਰੀ ਹੈ ਜਵਾਨੀ ਦਾ ਜੋਸ਼ ਵੀ ਸੀਗਾ ਪਰ ਜਵਾਨੀ ਦੇ ਜੋਸ਼ ਦੇ ਨਾਲ ਨਾਲ ਸਭ ਜਵਾਨੀ ਦੇ ਹੋਸ਼ 'ਚ ਵੀ ਰਹੇ ਨੇ ਕਿ ਅੱਜ ਕੱਲ ਬੱਚਿਆਂ 'ਚ ਜੋਸ਼ ਬਹੁਤ ਹੈ ਪਰ ਹੋਸ਼ ਖਵਾ ਹੋ ਜਾਂਦਾ ਉਹਨਾਂ ਕੋਲ ਪਰ ਇੱਕ ਸਾਲ ਦੀ ਗੱਲ ਮੈਨੂੰ ਹੋਰ ਵਧੀਆ ਲੱਗੀ ਹੈ ਜਿਵੇਂ ਆਪਾਂ ਕਹਿੰਦੇ ਮੇਰੇ 50 ਦੋਸਤ ਨੇ 100 ਦੋਸਤ ਹੈ ਤੇ ਜਿਆਦਾ ਉਹ ਦੋਸਤ ਨਹੀਂ ਵਧੀਆ ਹੁੰਦੇ ਜੇ ਕੋਈ ਇੱਕ ਦੋਸਤ ਨਾਲ 25 ਦੋਸਤ ਨਹੀਂ ਵਧੀਆ ਹੁੰਦੇ ਕਹਿੰਦੇ ਇੱਕ ਦੋਸਤ ਨਾਲ 25 ਸਾਲ ਦੇ ਜਾਣਾ ਉਹ ਜ਼ਿਆਦਾ ਵਧੀਆ ਹੁੰਦਾਗਾ ਤੇ ਬੜੀ ਖੁਸ਼ੀ ਹੋਈ ਹੈ ਸਾਡੇ ਜਿਹੜੇ 25 30 ਸਾਲ ਪੁਰਾਣੇ ਦੋਸਤ ਨੇਗੇ ਪ੍ਰੀਤਮ ਜੀ ਸ਼ਮਸ਼ੇਰ ਜੀ 40 ਸਾਲ ਪੁਰਾਣੇ ਉਹ ਪਹੁੰਚੇ ਨੇਗੇ ਵੀ ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿਸੇ ਬੰਦੇ ਨਾਲ ਦੇ ਨਾਲ ਤੁਸੀਂ ਕਿੰਨਾ ਸਾਲ ਦੋਸਤੀ ਰੱਖਦੇ ਹੋ ਇਹ ਜ਼ਿਆਦਾ ਮੈਂ ਰੱਖਦੀ ਹੈ ਵੀ ਅੱਜ ਕੱਲ੍ਹ ਦੋਸਤੀ ਕੀ ਹੈਗੀ ਵੀ ਫਾੜ ਦਾ ਟਾਈਮ ਮੌਕੇ ਤੇ ਕਰੀ 2 ਸਾਲ ਰਹੇ ਬਾਅਦ ਭੁੱਲ ਗਏ ਆਪਾਂ ਤੇ ਪਰੰਤੂ ਦੋਸਤੀ ਉਹੀ ਹੁੰਦੀ ਹੈ ਜਿਹੜੀ ਲੰਬਾ ਸਮਾਂ ਚੱਲੇ ਤੇ ਵਧੀਆ ਇਹਨਾਂ ਦੀ ਦੋਸਤੀ ਹੈ ਜਿਹੜੇ ਪਰਮਾਤਮਾ ਅੱਗੇ ਦੁਆ ਕਰਦੇ ਆ ਜਿਵੇਂ ਸਾਰਿਆਂ ਨੇ ਦੱਸਿਆ ਤਾਂ ਰਿਸ਼ਤੇ ਦੀ ਬਣ ਚੁੱਕੀ ਹੈਗੀ ਤੇ ਸਰ ਕੋਲੇ ਸਾਨੂੰ ਵੀ ਬੇਨਤੀ ਹੈਗੀ ਵੀ ਸਾਡੇ ਤੋਂ ਥੋੜੇ ਸਮੇਂ ਦੌਰਾਨ ਕੋਈ ਭੁੱਲ ਚੁੱਕ ਹੋਈ ਹੋਵੇ ਕੋਈ ਸਰ ਦੀ ਆਣ ਸ਼ਾਨ ਦੇ ਖਿਲਾਫ ਕਦੇ ਉੱਚਾ ਨੀਵਾਂ ਸ਼ਬਦ ਬੋਲਿਆ ਗਿਆ ਹੋਵੇ ਤਾਂ ਸਾਨੂੰ ਛੋਟੇ ਬੱਚੇ ਸਮਝ ਕੇ ਵੀ ਮਾਫ ਕਰਨੇ ਤੇ ਸਾਡੇ ਸਮੂਹ ਸਟਾਫ ਵੱਲੋਂ ਸਰ ਦਾ ਸਨਮਾਨ ਕੀਤਾ ਜਾਵੇਗਾ ਉਹਨਾਂ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰੂੰਗਾ ਮੈਡਮਾਂ ਨੂੰ ਬੇਨਤੀ ਕਰੂੰਗਾ ਸਟੇਜ ਤੇ ਕੀ ਆਉਣਾ ਤੇ ਪ੍ਰਿੰਸੀਪਲ ਸਾਹਿਬ ਤੇ ਸਮੂਹ ਸਟਾਫ ਸਾਡਾ ਤੇ ਮੈਡਮ ਦਾ ਸਨਮਾਨ ਕੀਤਾ ਜਾਵੇਗਾ ਇਹਨੂੰ ਪਸਾਈ ਤੇ ਜਾਓ
ਜਿਹੜਾ ਜਥੇਬੰਦੀ ਕੰਮ ਕਰਦੀ ਰਹੇ ਤੇ ਵਧੀਆ ਜਾਨੀ ਕਿ ਅੱਗੇ ਕਾਫੀ ਲੇਖੇ ਲਾਏ ਨੇ ਜਥੇਬੰਦੀ ਦਾ ਵੀ ਤੇ ਅਸੀਂ ਉਮੀਦ ਕਰਦੇ ਆ ਸਾਰਾ ਜਿਹੜੀ ਜਥੇਬੰਦੀ ਦਾ ਕੰਮ ਕਰ ਰਹੇ ਨੇ ਉਹ ਪਾਰਟੀ ਨਾਲ ਉਹਨਾਂ ਕੋਲ ਵਧੀਆ ਟਾਈਮ ਵੀ ਹੈਗਾ ਰਿਟਾਇਰਮੈਂਟ ਤੋਂ ਬਾਅਦ ਤੇ ਕੁਝ ਪਹਿਲਾਂ ਰੁਝੇਵੇਂ ਦਾ ਕਾਰਨ ਟਾਈਮ ਨਹੀਂ ਵੀ ਦਿੱਤਾ ਜਾਂਦਾ ਸੀਗਾ ਪੋਲੀਟੀਕਲ ਸਟੇਜਾਂ ਤੇ ਵੀ ਹੋਰ ਤੇ ਵੀ ਹੁਣ ਫ੍ਰੀ ਨੇ ਸਾਰਾ ਵੀ ਜਿਹੜੀ ਪਾਰਟੀ ਨਾਲ ਕੰਮ ਕਰਦੇ ਨੇਗੇ ਜਥੇਬੰਦੀ ਨਾਲ ਅਸੀਂ ਸਾਨੂੰ ਬੇਨਤੀ ਕਰਦੇ ਆ ਵੀ ਵਧੀਆ ਹੁਣ ਮਾਨ ਜੀ ਹੈਗੇ ਉਹਨਾਂ ਦੇ ਸਾਥੀ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਵਧੀਆ ਸਾਥ ਦੇਣ ਜਥੇਬੰਦੀ ਦਾ ਤੇ ਇਹਨਾਂ ਵੱਲੋਂ 2000 ਰੁਪਏ ਜਥੇਬੰਦੀ ਨੂੰ ਫੰਡ ਦਿੱਤਾ ਜਾਂਦਾ ਹੈ ਉਹ ਵੀ ਬਹੁਤ ਸਾਡੇ ਵੱਲੋਂ ਬਹੁਤ ਧੰਨਵਾਦ ਹੈਗਾ ਵੀ ਜਿਹੜਾ ਜਥੇਬੰਦੀ ਬਾਰੇ ਆਪਦੇ ਬਾਰੇ ਇਸ ਤਰ੍ਹਾਂ ਸੋਚ ਰਹੇਗਾ।